पर अज तुहाडे लई खास तौर के उत्ते एक अजिही वीडियो लैके आया जिहड़ी तुहानूं ते तुहाडे सारे परिवार नूं एंटरटेन करेगी। क्या बात है, ये तो जबरदस्त चीज़ है यार। ये अपने मैजिक नाल दूजे कॉइन भी अपने कोल बुला लेंदा। हुण दोनों मेरे खब्बे हत्थ ते एक मेरे सज्जे हत्थ। दो कॉइन कित्थे है जी? दो इधर सी एक नहीं भाजी, इधर तो कुछ नहीं, तीनों इधर है। अच्छा, ये थोड़ा कफ कुफ दिखा दिओ। बड़े लोग कहते होणगे भी कफां कुफां विच बाल लैंदे ने, ये भी आपां सुणदे आ कहंदे ਜਿਹੜੇ जादूगर ने बाਹਾਂ ਦੇ ਵਿੱਚ ਇੱਥੇ ਲਾਇਆ ਹੁੰਦਾ ਉਹਨਾਂ ਨੇ। अपना हाथ आप दा हाथ दिओ। मैं कहा बाबा जी एक गल कहां, मैं कहा जिन्ने तुसीं चमत्कार कीते है ना, ये सारे मैं करके दिखाऊं। ते पहला तो मेरी शक्ल देखे बाबा, कहना कर लोगे? मैं कहा कर भी लूँगा और इस ढंग से करूँगा कि आपका तो मैं पकड़ लिया है कि आपने क्या किया है, आप मेरा पकड़ नहीं पाओगे। ये नहीं सी ओके, पक्का है नहीं सी ओके जी। आ कार्ड नहीं है तो इनू ਆਪਾਂ ਇੱਥੇ ਰੱਖ ਦਿੰਦੇ ਹਾਂ ਫਿਲਹਾਲ। ਆਹੀ ਸੀ? नहीं ये भी नहीं, ਇਹ ਵੀ ਨਹੀਂ ਸੀ। ਇੱਕ ਬਲਫ ਤਾਂ ਨਹੀਂ ਕਰ ਰਹੇ? नहीं ये साथ ਪੱਕਾ? हो गया। ਇਹ ਤੁਹਾਡਾ ਕਾਰਡ ਨਹੀਂ ਹੈ? नहीं ਲੱਗਦਾ ਕੋਈ ਮੈਜਿਕ ਗਲਤ ਹੋ ਗਿਆ। ਕਿਹੜਾ ਕਾਰਡ ਸੀ ਤੁਹਾਡਾ? वो छिक्की पाण दी ਤੇ ਇਹ ਕਿਹੜਾ ਹੈ? ये भजी ਕਿਵੇਂ ਸ਼ੁਰੂਆਤ ਹੋਈ ਸੀਗੀ ਪੰਜਾਬ ਦੇ ਵਿੱਚ? ਤਾਂ ਮੈਂ ਬਹੁਤ ਘੱਟ ਮੈਜੀਸ਼ੀਅਨ ਸੁਣੇ ਨੇ ਆਪਾਂ। ਇੱਕ ਬਚਪਨ ਦੇ ਵਿੱਚ ਸ਼ੰਕਰ ਸਮਰਾਟ ਉਹਨਾਂ ਦੇ ਕਈ ਵਾਰ ਸ਼ੋਜ਼ ਜਦੋਂ ਸਕੂਲਾਂ ਤੋਂ ਲੈ ਕੇ ਜਾਣੇ ਸਾਨੂੰ ਉਹ ਦੇਖਦੇ ਹੁੰਦੇ ਸੀਗੇ। ਤੁਹਾਡੀ ਸ਼ੁਰੂਆਤ ਕਿਵੇਂ ਹੋਈ ਇਸ ਪਾਸੇ? ਮੈਜੀਸ਼ੀਅਨ ਇਹਨੂੰ ਕਿੱਦਾਂ ਕਰਦੇ ਜੀ? ਮੈਜਿਕ ਦੇ ਨਾਲ ਟੀਵੀ ਚੈਨਲ ਦੇ ਉੱਪਰ ਆਉਂਦੇ ਸੀ ਰਾਮਾਇਣ, ਮਹਾਭਾਰਤ, ਦਾਦਾ ਦਾਦੀ ਕੀ ਕਹਾਣੀਆਂ, ਵਿਕਰਮ ਬੇਤਾਲ ਵਗੈਰਾ ਇੱਦਾਂ ਦੇ, ਜਿਨ੍ਹਾਂ ਦੇ ਵਿੱਚ ਕਈ ਕਰੈਕਟਰ ਐਸੇ ਚਮਤਕਾਰ ਕਰਦੇ ਹੋਏ ਨਜ਼ਰ ਆਉਂਦੇ ਸੀ ਪਰਦੇ ਤੇ ਕਿ ਕੋਈ ਹਵਾ 'ਚ ਉੱਡ ਰਿਹਾ ਹੈ, ਕੋਈ ਐ ਹੱਥ ਕੀਤਾ, ਕੋਈ ਚੀਜ਼ ਆ ਗਈ ਹੱਥ 'ਚ, ਜਾਂ ਕੋਈ ਰਾਮਾਇਣ ਦੇ ਵਿੱਚ ਦਿਖਾ ਰਿਹਾ ਹੈ ਹੱਥ ਕੀਤਾ ਬ੍ਰਹਮਾਸਤਰ ਆ ਗਿਆ ਜਾਂ ਕੋਈ ਦੂਜਾ ਤੀਰ ਆ ਗਿਆ। ਤੇ ਉਹ ਚੀਜ਼ਾਂ ਹਰ ਬੱਚੇ ਨੂੰ ਅਟਰੈਕਟ ਕਰਦੀਆਂ, ਮੈਨੂੰ ਵੀ ਕਰਦੀਆਂ ਸੀ। ਕਿ ਤੁਸੀਂ ਦੱਸ ਸਕਦੇ ਹੋ ਕਿ ਉਹ ਗੱਠ ਕਿੱਥੇ ਗਈ? ਆਹ ਕੋਇਨ ਹੈ ਜੀ, ਮੈਜਿਕ ਕੋਇਨ। ਪਰ ਇਹ ਜਿੱਦਾਂ ਦਾ ਦਿਖਦਾ ਹੈ ਉੱਦਾਂ ਦਾ ਹੈ ਨਹੀਂ ਸਰ। ਇਹ ਉਸ ਤੋਂ ਵੀ ਬਹੁਤ ਵੱਡੀ ਸ਼ਾਤਿਰ ਚੀਜ਼ ਹੈ। ਔਰ ਇੱਕ ਜਬ क्या बात है। ਤਾਂ ਲੇਕਿਨ ਉਹ ਰਿਸ਼ਤੇਦਾਰਾਂ ਦੀ ਜੋ ਇੱਕ ਟੌਂਟਬਾਜੀ ਸੀਗੀ, ਜਿਹਦੇ ਕਰਕੇ ਫੈਮਿਲੀ ਦੇ ਵਿੱਚ ਇੱਕ ਓਬਵੀਅਸਲੀ ਕਿਸੇ ਵੀ ਬੱਚੇ ਨੂੰ ਅੱਛਾ ਨਹੀਂ ਲੱਗੇਗਾ ਜਦੋਂ ਉਹਦੇ ਫਾਦਰ ਬਾਰੇ ਕੋਈ ਰਿਸ਼ਤੇਦਾਰ ਇੱਦਾਂ ਗੱਲ ਕਰੀ, ਯਾਰ ਤੇਰਾ ਪਿਓ ਕੀ ਕੰਮ ਕਰ ਰਿਹਾ। ਇਹ ਮੈਜਿਕ ਕੋਇਨ, ਇਹ ਨਾਰਮਲ ਕੋਇਨ, ਮੁੱਠੀ ਬੰਦ ਹੈ ਜੀ। ਮੈਜਿਕ ਕੋਇਨ ਕਿੱਥੇ ਹੈ? ਇੱਧਰ ਸੀ ਤੇ ਨਾਰਮਲ ਕੋਇਨ ਉਧਰ ਨਹੀਂ ਭਾਜੀ, ਉੱਧਰ ਕੁਛ ਨਹੀਂ, ਦੋਨੋਂ ਇੱਧਰ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤਾਂ ਬੱਚੇ ਆਪਣੇ ਪੇਰੈਂਟਸ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ ਘਰਾਂ ਦੇ ਵਿੱਚ ਇੰਜੋਏ ਕਰ ਰਹੇ ਨੇ, ਕੁਝ ਘੁੰਮਣ ਗਏ ਨੇ। ਪਰ ਅੱਜ ਤੁਹਾਡੇ ਲਈ ਖਾਸ ਤੌਰ ਦੇ ਉੱਤੇ ਇੱਕ ਅਜਿਹੀ ਵੀਡੀਓ ਲੈ ਕੇ ਆਇਆ ਜਿਹੜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਐਂਟਰਟੇਨ ਕਰੇਗੀ। ਤੁਹਾਨੂੰ ਬਚਪਨ ਵੀ ਯਾਦ ਆਏਗਾ। ਅਸੀਂ ਬਹੁਤ ਸਾਰੇ ਜਾਦੂਗਰਾਂ ਨੂੰ ਸਟੇਜਾਂ ਦੇ ਉੱਤੇ ਪਰਫਾਰਮ ਕਰਦੇ ਦੇਖਿਆ, ਪਰ ਅੱਜ ਇੱਕ ਜਾਦੂਗਰ ਦੇ ਨਾਲ ਤੁਹਾਡੀ ਮੈਂ ਮੁਲਾਕਾਤ ਕਰਵਾਵਾਂਗਾ। ਉਸਦੇ ਉਹ ਟ੍ਰਿਕਸ ਤੁਹਾਡੇ ਨਾਲ ਸਾਂਝੇ ਕਰਾਂਗੇ, ਉਹ ਟ੍ਰਿਕਸ ਤੁਹਾਨੂੰ ਦਿਖਾਵਾਂਗੇ ਜਿਹੜੇ ਤੁਸੀਂ ਕਈ ਵਾਰ ਆਪਣੇ ਫੋਨਸ 'ਤੇ, ਆਪਣੇ ਸਕੂਲਾਂ ਦੇ ਵਿੱਚ ਜਾਂ ਕਈ ਵਾਰ ਸਟੇਜਿਸ ਦੇ ਉੱਤੇ ਵੀ ਦੇਖੇ ਨੇ। ਤਾਂ ਹੁਨਰਵਾਜ ਦੇ ਜੇਤੂ ਮਨੋਜ ਜੈਨ ਸਾਡੇ ਨਾਲ ਨੇ। ਔਰ ਵੱਡੀ ਗੱਲ ਹੈ ਕਿ ਇਸ ਇੰਟਰਵਿਊ ਦੇ ਵਿੱਚ ਉਹਨਾਂ ਪਖੰਡੀ ਸਾਧਾਂ ਦੀਆਂ ਪੋਲਾਂ ਵੀ ਖੋਲਾਂਗੇ ਜਿਹੜੇ ਤੁਹਾਨੂੰ ਕਈ ਵਾਰ ਅਜਿਹੇ ਟ੍ਰਿਕਸ ਦਿਖਾ ਕੇ ਪੈਸਿਆਂ ਦੀ ਤੁਹਾਡੇ ਨਾਲ ਲੁੱਟਖੋ ਵੀ ਕਰ ਜਾਂਦੇ ਨੇ। ਮਨੋਜ ਜੈਨ ਸਾਡੇ ਨਾਲ ਨੇ। ਮਨੋਜ ਜੀ ਬਹੁਤ ਬਹੁਤ ਸਵਾਗਤ ਹੈ। ਔਰ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ। ਬਿਜ਼ਨਸ ਚੱਲਦਾ ਇੱਥੇ, ਜਾਦੂਗਰ ਜਿਹੜੇ ਆਈਟਮਸ ਯੂਜ਼ ਕਰਦੇ ਨੇ ਉਹ ਵੇਚੀਆਂ ਜਾਂਦੀਆਂ ਨੇ। ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਦੋਨਾਂ ਦਾ ਜੀ। ਧੰਨਵਾਦ ਜੀ। ਮਨੋਜ ਜੀ, ਜਿਵੇਂ ਮੈਂ ਜ਼ਿਕਰ ਕੀਤਾ ਵੀ ਬਚਪਨ ਦੇ ਵਿੱਚ ਅਸੀਂ ਸਟੇਜਾਂ ਦੇ ਉੱਤੇ ਜਾਦੂ ਦੇਖਦੇ ਸੀਗੇ, ਸਕੂਲਾਂ ਦੇ ਵਿੱਚ ਜਾਦੂ ਦੇਖਦੇ ਸੀ। ਇੰਟਰਵਿਊ ਦੀ ਸ਼ੁਰੂਆਤ ਅੱਜ ਕਿਸੇ ਟ੍ਰਿਕ ਤੋਂ ਕਰਾਂਗੇ। ਆਪਾਂ ਟ੍ਰਿਕ ਦਿਖਾਓ ਕਿਉਂਕਿ ਬੱਚੇ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ ਨੇ, ਘਰਾਂ ਦੇ ਵਿੱਚ ਬਹਿ ਕੇ ਆਪਣੇ ਪੇਰੈਂਟਸ ਦੇ ਨਾਲ ਇਹ ਇੰਟਰਵਿਊ ਵੀ ਦੇਖਣਗੇ, ਸ਼ੇਅਰ ਵੀ ਕਰਨਗੇ। ਜੀ ਜੀ ਬਿਲਕੁਲ। ਤੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਕੀ ਹੈ ਜੀ? ਰੱਸੀ ਹੈ ਜੀ। ਕਿੰਨੀਆਂ ਰੱਸੀਆਂ? ਦੋ ਰੱਸੀਆਂ ਨੇ। ਦੋ ਰੱਸੀਆਂ। ਔਰ ਇਹ ਦੋ ਰੱਸੀਆਂ ਦੇ ਕੋਈ ਲੁਕਮਾ ਪੀਸ ਜਾਂ ਕੁਛ ਨਹੀਂ ਹੈ ਮੇਰੇ ਕੋਲ। ਜੇ ਇਹਨੂੰ ਆਪਾਂ ਇੱਦਾਂ ਗੱਠ ਮਾਰੀਏ ਤਾਂ ਇਹ ਔਰ ਪੂਰਾ ਟਾਈਟ ਕਰ ਦਈਏ ਤਾਂ
ਕਿ ਤੁਸੀਂ ਦੱਸ ਸਕਦੇ ਹੋ ਕਿ ਉਹ ਗੱਠ ਕਿੱਥੇ ਗਈ? ਇਹ ਤਾਂ ਵੈਸੇ ਬਿਲਕੁਲ ਇਹਦੇ ਵਿੱਚ ਪਤਾ ਨਹੀਂ ਲੱਗ ਰਿਹਾ ਗੱਠ ਗਈ ਕਿੱਥੇ, ਔਰ ਰੱਸੀ 2 ਤੋਂ 1 ਕਿਵੇਂ ਬਣ ਗਈ। ਬਸ ਇਹੀ ਮੈजिक है जी। ਅੱਛਾ, ਇਹ ਸਾਰਾ ਹੱਥ ਦੀ ਸਫਾਈ ਦਾ ਖੇਡ ਹੈ। जी जी, ऐसी चालाकी जो सामने वाले ਨੂੰ ਸਮਝ ਨਾ ਆ ਸਕੇ ਉਹੀ ਜਾਦੂ ਹੈ। ਬਿਲਕੁਲ ਬਿਲकुल। ਜਾਦੂ ਦੇ ਪਿੱਛੇ ਕੋਈ ਇਲਮ ਜਾਂ ਕੋਈ ਉਪਰੀ ਸ਼ਕਤੀ ਐਸਾ ਕੁਝ ਨਹੀਂ ਹੁੰਦਾ। ਇੱਕ ਐਂਟਰਟੇਨਮੈਂਟ ਕਰਨ ਦੀ ਇੱਕ ਇਮਾਨਦਾਰ ਕਲਾ ਹੈ ਜਿਹਦੇ ਵਿੱਚ ਲੋਕੀ ਬੁੱਧੂ ਬਣਨ ਦਾ ਪੈਸਾ ਦਿੰਦੇ। ਹਾਂ ਬਿਲਕੁਲ, ਇਹ ਜਿਹੜਾ ਇਹ ਵੀ ਆਪਾਂ ਕਈ ਵਾਰ ਸਟੇजेस ਦੇ ਉੱਤੇ ਦੇਖਦੇ ਆ। ਹੋਰ ਟ੍ਰਿਕਸ ਦਿਖਾਓ ਜੀ, ਟ੍ਰਿਕਸ ਦੇਖਣੇ ਆ ਆਪਾਂ, ਬੱਚੇ ਐਂਟਰਟੇਨਮੈਂਟ ਅੱਜ ਪੂਰਾ ਉਹਨਾਂ ਦਾ ਕਰਨਾ। ओके, सो एक ताश है मेरे को। मैं 1 मिनट ਇਹਨੂੰ ਪਕੜ ਲੈਣਾ ਜੀ, ਇਹਨੂੰ ਤੁਸੀਂ ਸ਼ਫਲ ਕਰ ਦਿਓ। ਰਾਈਟ ਸਰ, ਓਕੇ। ਸੋ ਕੁਝ ਸ਼ਫਲ ਤੁਸੀਂ ਕੀਤਾ ਸਰ, ਤੇ ਇੱਕ ਕੱਟ ਮੈਂ ਦੇ ਦਿੰਦਾ। ਤੇ ਮੈਂ ਇੱਦਾਂ ਫਲੈਸ਼ ਕਰੂੰਗਾ, ਜਿੱਥੇ ਵੀ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਕਹਿ ਦਿਓ। ਸਟਾਪ। ਇੱਥੇ ਜੋ ਵੀ ਕਾਰਡ ਹੈ ਦੇਖ ਲਓ, ਮੈਨੂੰ ਨਹੀਂ ਦਿਖਾਣਾ। ਰਾਈਟ ਸਰ, ਜੀ ਦੇਖ ਲਿਆ? ਕੈਮਰੇ ਨੂੰ ਦਿਖਾ ਦਿਓ। ਕੈਮਰੇ ਦੇ ਉੱਤੇ ਮੈਂ ਹੋਰ ਦਿਖਾ ਦਿੰਦਾ, ਤੁਸੀਂ ਵੀ ਧਿਆਨ ਦੇ ਨਾਲ ਦੇਖ ਲਓ ਔਰ ਅੱਗੇ ਇਹਦਾ ਮੈਜਿਕ ਔਰ ਟ੍ਰਿਕ ਦੇਖਿਓ। ਓਕੇ, ਰੱਖ ਦਿਓ। ਹੁਣ ਵਿੱਚ ਵਿਚਾਲੇ ਕਿਤੇ ਵੀ ਚਲਾ ਗਿਆ ਤੇ ਹੁਣ ਮੈਂ ਲੱਭਾ ਮੈजिक ਨਾਲ, ਉਹ ਤਾਂ ਇੱਕ ਲੱਗੇਗਾ ਕਿ ਕੁਝ ਪ੍ਰੈਕਟਿਸ ਜਾਂ ਕੁਝ ਹੈ, ਲੇਕਿਨ ਕਿਆ ਤੁਸੀਂ ਲੱਭ ਸਕਦੇ ਹੋ ਕਿੱਥੇ ਹੈ ਤੁਹਾਡਾ ਪੱਤਾ? ਨਹੀਂ, ਮੈਂ ਦੇਖ ਕੇ ਲੱਭ ਸਕਦਾ ਜਿਵੇਂ ਜੇ ਦੇਖੂੰਗਾ। ਓਕੇ, ਚਲੋ ਮੈਂ ਕੁਝ ਪਲ ਲਈ ਤੁਹਾਨੂੰ ਵੀ ਮੈਜੀਸ਼ੀਅਨ ਬਣਾ ਦਿੰਦਾ। ਦੁਬਾਰਾ ਫਿਰ ਜਿੱਥੇ ਮਰਜ਼ੀ ਸਟਾਪ ਕਹਿ ਦਿਓ, ਵਿੱਚ ਵਿਚਾਲੇ ਜਿੱਥੇ ਮਰਜ਼ੀ। ਸਟਾਪ। ਰਾਈਟ ਹੈ। ਆ ਪੱਤਾ ਚੱਕ ਲਓ, ਇਹੀ ਹੈ ਤੁਹਾਡਾ ਪੱਤਾ। ਤੁਸੀਂ ਵੀ ਖੁਦ ਦੇ ਸਕਦੇ ਹੋ, ਇਹ ਉਹੀ ਪੱਤਾ ਸੀ ਜਿਹੜਾ ਆਪਾਂ ਦੇਖਿਆ ਸੀਗਾ। ਮਨੋਜ ਜੀ, ਇਹ ਕਿਵੇਂ ਹੋ ਜਾਂਦਾ ਸਾਰਾ ਕੁਝ? ਚਲੋ ਇੱਕ ਕੰਮ ਹੋਰ ਕਰਦੇ ਹਾਂ, ਦੁਬਾਰਾ ਸਟਾਪ ਬੋਲੋ। ਸਟਾਪ। ਆ ਪੱਤਾ ਦੇਖ ਲਓ, ਕੈਮਰਾ ਨੂੰ ਦਿਖਾ ਦਿਓ, ਮੈਨੂੰ ਨਾ ਦਿਖਾਈਓ। ਦੇਖ ਲੈ, ਜਿੱਥੇ ਮਰਜ਼ੀ ਵਿੱਚ ਪਾ ਦਿਓ। ਸ਼ਫਲ ਕਰ ਦਿਓ। ਮੈਨੂੰ ਸ਼ਫਲ ਕਰ ਰਿਹਾ ਕਿਉਂਕਿ ਕਈ ਵਾਰ ਜਦੋਂ ਆਪਾਂ ਪਿੰਡਾਂ ਦੇ ਵਿੱਚ ਵੀ ਛੋਟੇ ਛੋਟੇ ਜਾਦੂ ਕਰਦੇ ਸੀਗੇ, ਟ੍ਰਿਕ ਕਰਦੇ ਸੀਗੇ, ਤਾਂ ਕਈ ਵਾਰ ਕਹਿੰਦੇ ਤੂੰ ਨਿਸ਼ਾਨੀ ਰੱਖ ਲਈ, ਪੱਤਾ ਪੁੱਠਾ ਕਰ ਦਿੱਤਾ, ਸਿੱਧਾ ਕਰ ਦਿੱਤਾ। ਓਕੇ ਓਕੇ, ਚਲੋ ਇੱਕ ਕੰਮ ਕਰੋ, ਆ ਲਗਭਗ ਅੱਧੇ ਕੁ ਪੱਤੇ ਚੱਕੋ, ਇਹਨੂੰ ਐ ਪੁੱਠਾ ਘੁਮਾ ਦਿਓ। ਹੁਣ ਸ਼ਫਲ ਕਰੋ। ਹਾਂ, ਉਹ ਵੀ ਤੁਹਾਡਾ ਸ਼ੱਕ ਕੱਢ ਦਿੱਤਾ ਹੈ ਵੀ ਪੱਤੇ ਜਿਹੜੇ ਆ ਕਿਤੇ ਪੁੱਠੇ ਸਿੱਧੇ ਨਾ ਰਹਿ ਜਾਣ। ਹਾਲਾਂਕਿ ਇਹ ਡਿਜ਼ਾਈਨ ਦੋਨੋਂ ਪਾਸਿਓਂ ਸੇਮ ਹੈ, ਡਿਜ਼ਾਈਨ ਸੇਮ ਹੈ ਬਿਲਕੁਲ, ਲੇਕਿਨ ਫਿਰ ਵੀ ਆਪਾਂ ਮੰਨ ਲੈਂਦੇ ਕਿ ਕਿਸੇ ਇੱਕ ਪਾਸਿਓਂ ਕੋਈ ਐਸਾ ਪੁਆਇੰਟ ਹੋਵੇ ਜਿਹਦੇ ਵਿੱਚ ਪੁੱਠਾ ਸਿੱਧਾ ਪਤਾ ਲੱਗਦਾ ਹੋਵੇ। ਤਾਂ ਹੁਣ ਜੋ ਤੁਸੀਂ ਕੀਤਾ ਹੈ, ਅੱਧੇ ਪੱਤੇ ਪੁੱਠੇ ਘੁਮਾ ਕੇ ਸ਼ਫਲ ਕੀਤੀ ਹੈ, ਤਾਂ ਹੁਣ ਉਹ ਟੈਕਨੀਕ ਕੰਮ ਨਹੀਂ ਆਏਗੀ। ਬਿਲਕੁਲ। ਤੇ ਹੁਣ ਮਾਈ ਜੌਬ ਇਜ਼ ਟੂ ਫਾਈਂਡ ਯੂਅਰ ਕਾਰਡ ਯਾਦ ਹੈ ਜੀ? ਬਿਲਕੁਲ। ਪਤਾ ਯਾਦ ਹੈ? ਪਤਾ ਯਾਦ। ਸੋ ਆਹੀ ਹੈ ਤੁਹਾਡਾ ਕਾਰਡ? ਇਹ ਨਹੀਂ ਸੀ। ਇਹ ਨਹੀਂ ਸੀ? ਇਹ ਨਹੀਂ ਸੀ। ਓਕੇ, ਪੱਕਾ ਇਹ ਨਹੀਂ ਸੀ? ਇਹ ਨਹੀਂ ਸੀ। ਓਕੇ, ਜੇ ਆਹ ਕਾਰਡ ਨਹੀਂ ਹੈ ਤਾਂ ਇਹਨੂੰ ਆਪਾਂ ਇੱਥੇ ਰੱਖ ਦਿੰਦੇ ਹਾਂ ਹਲੇ ਫਿਲਹਾਲ। ਆਹੀ ਸੀ? ਨਹੀਂ, ਇਹ ਵੀ ਨਹੀਂ ਸੀ। ਇਹ ਵੀ ਨਹੀਂ ਸੀ? ਇਹ ਵੀ ਨਹੀਂ ਸੀ। ਇੱਕ ਬਲਫ ਤਾਂ ਨਹੀਂ ਕਰ ਰਹੇ? ਨਹੀਂ, ਸੱਚ ਪੱਕਾ? ਬੋਲ ਰਿਹਾ। ਹਾਂ। ਇਹ ਤੁਹਾਡਾ ਕਾਰਡ ਨਹੀਂ ਹੈ? ਨਹੀਂ, ਲੱਗਦਾ ਕੋਈ ਮੈਜਿਕ ਗਲਤ ਹੋ ਗਿਆ। ਕਿਹੜਾ ਕਾਰਡ ਸੀ ਤੁਹਾਡਾ? ਉਹ ਛਿੱਕੀ ਪਾਣ ਦੀ। ਤੇ ਇਹ ਕਿਹੜਾ ਹੈ? ਇਹ ਪੰਜੀ। ਅੱਛਾ, ਇਹ ਛਿੱਕੀ ਪਾਣ ਦੀ ਹੈ, ਜਦ ਕਿ ਇੱਥੋਂ ਦਿਖਾ ਕੇ ਪੰਜੀ ਚਿੜੀ ਦੀ ਇੱਥੇ ਰੱਖੀ ਸੀਗੀ। ਔਰ ਵਾਕਿਆ ਹੱਥ ਦੀ ਸਫਾਈ ਹੈ। ਔਰ ਮੈਂ ਬਾਰ-ਬਾਰ ਕਹਿ ਦਿੰਦਾ, ਕੋਈ ਜਾਦੂ, ਕੋਈ ਟੂਣਾ, ਕੋਈ ਇਹਦੇ ਪਿੱਛੇ ਮੈਜਿਕ ਨਹੀਂ ਹੈ, ਹੱਥ ਦੀ ਸਫਾਈ ਹੈ, ਕਈ ਸਾਲਾਂ ਦੀ ਮਿਹਨਤ ਤੇ ਪ੍ਰੈਕਟਿਸ ਦੀ ਗੱਲ ਹੈ। ਹੀ ਹੈ ਜੀ। ਜੀ ਬਿਲਕੁਲ। ਇਹ ਕਿਵੇਂ ਸੰਭਵ ਹੋ ਜਾਂਦੀਆਂ ਇਹ ਚੀਜ਼ਾਂ? ਇੰਨੇ ਸਾਹਮਣੇ ਕੈਮਰਾ ਵੀ ਚੱਲ ਰਿਹਾ, ਮੈਂ ਵੀ ਦੇਖ ਰਿਹਾ, ਔਰ ਸਾਹਮਣੇ ਪੱਤਾ ਰੱਖ ਰਹੇ ਹੋ, ਪੱਤਾ ਫੇਰ ਉਹੀ ਹੋ ਜਾਂਦਾ।
ਇੱਕ ਵਾਰ ਤਾਂ ਮੈਨੂੰ ਵੀ ਲੱਗਾ ਸੀਗਾ ਵੀ ਹੋ ਸਕਦਾ ਸ਼ਾਇਦ ਤੁਸੀਂ ਭੁੱਲ ਗਏ ਕਿਤੇ ਕਹਿ ਵੀ ਇੰਟਰਵਿਊ 'ਚ ਕੱਟ ਲਾ ਲਈਏ। ਇੱਕ ਵਾਰ ਮੈਨੂੰ ਭੁਲੇਖਾ ਲੱਗ ਗਿਆ ਇਸ ਗੱਲ ਦਾ। ਸਰ ਇਹ ਕਈ ਵਰਿਆਂ ਦੀ ਪ੍ਰੈਕਟਿਸ ਹੈ, ਹੂੰ ਜੋ ਕਿਉਂਕਿ ਇੱਕ ਦਿਨ ਦੇ ਵਿੱਚ ਸਿੱਖ ਲਿਆ ਜਾਂ ਉਹ ਨਹੀਂ ਹੈ। ਤੇ ਵੈਸੇ ਇੱਕ ਦਰਸ਼ਕਾਂ ਦੇ ਲਈ ਮੈਂ ਦੱਸਣਾ ਚਾਹੂੰਗਾ, ਤੁਸੀਂ ਗੱਲਬਾਤ ਦੇ ਵਿੱਚ ਇੱਕ ਗੱਲ ਕੀਤੀ ਜਾਦੂ ਔਰ ਟੋਨਾ। ਇਹ ਤੁਹਾਨੂੰ ਪਤਾ ਟੋਨਾ ਹੁੰਦਾ ਕੀ ਚੀਜ਼ ਹੈ? ਅੱਜ ਤੱਕ ਵੈਸੇ ਦੇਖਿਆ ਹੀ ਆ ਉਹ, ਜਿਵੇਂ ਕਈ ਵਾਰ ਤਸਵੀਰਾਂ ਜਾਂ ਕਿਤੇ ਰਾਹ ਲੰਘਦੇ ਵੜਦੇ ਕਿਤੇ ਦੇਖ ਲਈਦਾ ਸਮਾਨ ਪਿਆ ਹੁੰਦਾ। ਐਕਚੁਅਲ 'ਚ ਉਹਦਾ ਰੀਜ਼ਨ ਕੀ ਸੀ? ਟੋਨਾ ਜੋ ਸ਼ਬਦ ਬਣਿਆ ਉਹ ਬਣਿਆ ਸ਼ਬਦ ਟੋਹਣਾ ਉਸ ਤੋਂ, ਜਿਹਦਾ ਮਤਲਬ ਹੈ ਲੱਭਣਾ। ਔਰ ਲੱਭਣਾ ਕਿਹਨੂੰ? ਪੁਰਾਣੇ ਜ਼ਮਾਨੇ 'ਚ ਜੋ ਬੰਦਾ ਹਕੀਮੀ ਸਿੱਖ ਲੈਂਦਾ ਸੀ ਜਾਂ ਉਸ ਵੇਲੇ ਜਿਹਨੂੰ ਕਹਿੰਦੇ ਡਾਕਟਰ ਬਣ ਗਿਆ, ਤੇ ਉਹਨੂੰ ਕੋਈ ਐਜੂਕੇਸ਼ਨ ਸਿਸਟਮ ਤਾਂ ਹੁੰਦਾ ਨਹੀਂ ਸੀ, ਕਿਉਂਕਿ ਇੰਸਟੀਚਿਊਟ ਤਾਂ ਨਹੀਂ ਹੁੰਦੇ ਸੀ। ਗੁਰੂ ਸ਼ਿਸ਼ਯ ਦੀ ਪਰੰਪਰਾ ਦੇ ਹਿਸਾਬ ਨਾਲ ਉਹ ਸਿਖਲਾਈ ਹੁੰਦੀ ਸੀ। ਤੇ ਸਿੱਖਣ ਤੋਂ ਬਾਅਦ ਜੋ ਵੀ ਉਸਤਾਦ ਹੁੰਦਾ ਸੀਗਾ ਉਹ ਆਪਣੇ ਸ਼ਿਸ਼ਯ ਤੋਂ ਵਚਨ ਲੈਂਦਾ ਸੀ ਕਿ ਹੁਣ ਤੂੰ ਸਿਰਫ ਆਪਣੇ ਪਿੰਡ ਦਾ ਨਹੀਂ, ਤੂੰ ਸਾਰੀ ਦੁਨੀਆ ਦਾ ਹੈ। ਤੂੰ ਘੁੰਮਦੇ ਫਿਰਦੇ ਜਿੱਥੇ ਕੋਈ ਬਿਮਾਰ ਮਿਲੇਗਾ ਉਹਦੀ ਸੇਵਾ ਕਰਨੀ ਹੈ, ਉਹਦਾ ਇਲਾਜ ਕਰਨਾ ਹੈ। ਤੇ ਉਹ ਲੱਭਣ ਦੀ ਟੋਨ ਦੀ ਗੱਲ ਸੀਗੀ ਉਹ। ਤੇ ਹੁਣ ਉਸ ਜਿਹੜਾ ਬੰਦਾ ਹਕੀਮੀ ਸਿੱਖ ਗਿਆ, ਔਰ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਬਿਮਾਰ ਹੈ, ਹੁਣ ਤੁਹਾਨੂੰ ਨਹੀਂ ਪਤਾ ਕਿ ਹਕੀਮ ਇਸ ਵੇਲੇ ਕਿਹੜੇ ਪਿੰਡ 'ਚ ਹੈ ਜਾਂ ਕਿਹੜੀ ਦਿਸ਼ਾ ਵਾਲੇ ਪਿੰਡ 'ਚ ਗਿਆ ਹੈ। ਤਾਂ ਹੁਣ ਹਕੀਮ ਨੂੰ ਲੱਭਣਾ ਹੈ, ਤੇ ਔਰ ਜਲਦੀ ਤੋਂ ਜਲਦੀ ਲੱਭਣਾ ਹੈ। ਕਿੱਦਾਂ ਲੱਭੋਗੇ? ਕਿਉਂਕਿ ਤੁਹਾਡੇ ਕੋਲ ਉਸ ਜ਼ਮਾਨੇ 'ਚ ਮੋਬਾਈਲ ਵੀ ਨਹੀਂ ਹੈ, ਕੋਈ ਟੈਲੀਫੋਨ, ਕੋਈ GPS ਸਿਸਟਮ ਨਹੀਂ ਹੈ। ਤਾਂ ਹੁਣ ਉਹਨੂੰ ਲੱਭਣਾ ਹੈ, ਤੇ ਲੱਭੋਗੇ ਕਿੱਦਾਂ? ਤਾਂ ਇੱਕ ਸਿਸਟਮ ਸ਼ੁਰੂ ਕੀਤਾ ਗਿਆ ਜਿਹਦਾ ਨਾਮ ਰੱਖਿਆ ਗਿਆ ਟੋਹਣਾ। ਔਰ ਉਹਦਾ ਤਰੀਕਾ ਕੀ ਬਣਿਆ ਕਿ ਜਿਸ ਘਰ ਦੇ ਵਿੱਚ ਵੀ ਕੋਈ ਬਿਮਾਰ ਹੈ, ਦੁੱਖ ਤਕਲੀਫ ਕੋਈ ਬਿਮਾਰੀ ਹੈ, ਉਹਦੇ ਘਰ ਦੇ ਨੇੜੇ ਦਾ ਜੋ ਵੀ ਮੇਨ ਚੌਂਕ ਹੈ ਜਿੱਥੋਂ ਲੋਕ ਆਵਾਜਾਈ ਕਰਦੇ ਹੈ ਜ਼ਿਆਦਾ, ਉੱਥੇ ਕੋਈ ਨਿਸ਼ਾਨੀਆਂ ਰੱਖ ਲਿੱਤੀਆਂ ਜਾਣ, ਤਾਂ ਕਿ ਉੱਥੋਂ ਲੰਘਣ ਵਾਲੇ ਕੋਈ ਵੀ ਬੰਦਾ, ਜਿਵੇਂ ਮੈਂ ਜਾ ਰਿਹਾ, ਮੈਂ ਆਪਣੀ ਭੈਣ ਘਰ ਮਿਲਣ ਚੱਲਣਾ ਹੈ, ਜਾਂ ਕੋਈ ਹੋਰ ਜਾ ਰਹੇ ਵਪਾਰ ਦੇ ਲਈ ਦੂਜੇ ਸ਼ਹਿਰ ਜਾ ਰਹੇ ਹੈ, ਕੋਈ ਤੀਰਥ ਯਾਤਰਾ ਲਈ ਜਾ ਰਿਹਾ ਹੈ, ਕੋਈ ਵੈਸੇ ਹੀ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ, ਜਾਂ ਕੋਈ ਮੇਲਾ ਵਗੈਰਾ ਦੇਖਣ ਚੱਲੇ ਹੈ, ਤਾਂ ਉਹ ਆਉਣ ਜਾਣ ਵਾਲੇ ਲੋਕ ਨਾ ਉਸ ਟੋਨੇ ਤੋਂ ਅੰਦਾਜ਼ਾ ਲਗਾ ਦਿੰਦੇ ਸੀਗੇ ਵੀ ਇੱਥੇ ਨੇੜੇ ਤੇ ਕੋਈ ਬਿਮਾਰ ਹੈ। ਤੇ ਉਹਨਾਂ ਦੇ ਵਿੱਚੋਂ ਤੁਸੀਂ ਇੰਟਰਵਿਊ ਲੈਣ ਜਿਵੇਂ ਕਿਤੇ ਗਏ ਹੋ, ਤੁਹਾਨੂੰ ਰਸਤੇ 'ਚ ਕੋਈ ਹਕੀਮ ਨਹੀਂ ਟੱਕਰਿਆ, ਮੈਂ ਸ਼ੌਕ ਵਾਸਤੇ ਗਿਆ, ਮੈਨੂੰ ਕੋਈ ਹਕੀਮ ਨਹੀਂ ਟੱਕਰਿਆ, ਕੋਈ ਬੰਦਾ ਤੀਰਥ ਯਾਤਰਾ ਤੇ ਜਾ ਰਿਹਾ ਸੀ, ਕੋਈ ਵਪਾਰ ਲਈ ਜਾ ਰਿਹਾ ਸੀ, ਜਿਸ ਵੀ ਬੰਦੇ ਨੂੰ ਜਿਸ ਵੀ ਦਿਸ਼ਾ 'ਚ ਹਕੀਮ ਟੱਕਰ ਜਾਂਦਾ ਸੀ, ਤਾਂ ਉਹ ਹਕੀਮ ਜੀ ਨੂੰ ਦੱਸਦੇ ਸੀਗੇ ਕਿ ਫਲਾਣੇ ਪਿੰਡ ਦੇ ਵਿੱਚ ਫਲਾਣੇ ਚੌਂਕ ਦੇ ਵਿੱਚ ਟੋਨਾ ਪਿਆ ਹੈ। ਤਾਂ ਉਹਦੇ ਵਿੱਚੋਂ ਪੁੱਛਦਾ ਸੀਗਾ ਕਿ ਕੀ ਸਮਾਨ ਪਿਆ ਹੈ। ਜੇ ਅਨਾਜ ਦੇ ਦਾਣੇ ਪਏ ਹੈ ਅਲੱਗ-ਅਲੱਗ ਤਰ੍ਹਾਂ ਦੇ, ਇਟ ਮੀਨਸ ਪੇਟ ਦੀ ਪ੍ਰੋਬਲਮ, ਕਿਉਂਕਿ ਅਨਾਜ ਦਾ ਸੰਬੰਧ ਸਾਡੇ ਖਾਣੇ ਨਾਲ ਹੈ, ਪੇਟ ਨਾਲ। ਜੇ ਮਗਜ ਪਏ ਹੈ 7, ਮਤਲਬ ਸਿਰ ਦੀ ਪ੍ਰੋਬਲਮ, ਸਿਰ ਦਰਦ ਜਾਂ ਕੋਈ। ਜੇ ਨਾਲ ਕੋਈ ਗੁੱਡੀ ਪਈ ਹੈ, ਮਤਲਬ ਲੜਕੀਆਂ ਦੀ ਪ੍ਰੋਬਲਮ। ਔਰ ਜੇ ਗੁੱਡੀ ਲਾਲ ਕੱਪੜੇ 'ਚ ਲਪੇਟੀ ਹੋਈ ਹੈ, ਸਿੰਦੂਰ ਨਾਲ ਪਿਆ, ਮਤਲਬ ਵਿਆਹਤਾ। ਜੇ ਉਸ ਗੁੱਡੀ ਦੇ ਨਾਲ ਇੱਕ ਛੋਟੀ ਗੁੱਡੀ ਪਈ ਹੈ, ਮਤਲਬ ਬੱਚਾ ਹੋਣ ਵਾਲਾ ਹੈ। ਤਾਂ ਇਸ ਤਰ੍ਹਾਂ ਦੀ ਕੁਝ ਨਿਸ਼ਾਨੀਆਂ ਬਣਾਈਆਂ ਗਈਆਂ, ਜਿਹੜਾ ਅੱਜ ਕੱਲ੍ਹ ਟੂਣਾ ਆਪਾਂ ਦੂਸਰੇ ਲੋਟ ਕਰਦੇ ਆ ਉਹਨੂੰ। ਹੁਣ ਉਹ ਸਿਸਟਮ ਸੀਗਾ ਉਸ ਵੇਲੇ ਦੇ ਹਿਸਾਬ ਨਾਲ ਸਹੀ। ਔਰ ਉੱਥੇ ਹੋਇਆ ਕਿ ਹੌਲੀ ਹੌਲੀ ਉਹ ਸਿਸਟਮ ਦੂਸਰੇ ਜਗ੍ਹਾ ਤੇ ਵੀ ਫੈਲਣਾ ਸ਼ੁਰੂ ਹੋਇਆ। ਕਈ ਜਗ੍ਹਾ ਐਸੀ ਜਗ੍ਹਾ ਵੀ ਫੈਲਿਆ ਜਿੱਥੇ ਲੌਜਿਕ ਨਹੀਂ ਪਤਾ ਸੀ। ਹੁਣ ਜਿਵੇਂ ਜਿਸ ਜਗ੍ਹਾ ਉਹ ਸਿਸਟਮ ਚੱਲਦਾ ਪਿਆ ਹੈ, ਔਰ ਉਸ ਜਗ੍ਹਾ ਤੇ ਮੈਂ ਤੀਰਥ ਯਾਤਰੀ ਦੇ ਰੂਪ 'ਚ ਜਾਂ ਕਿਸੇ ਵੀ ਰੂਪ 'ਚ ਉੱਥੇ ਪਹੁੰਚਿਆ ਹੈ। ਹੁਣ ਵਪਾਰੀ ਬੰਦਾ ਜਾਂ ਆਮ ਬੰਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਈ ਵਾਰ, ਤੇ ਇੱਕ ਸ਼ਾਰਟ ਦੇ ਵਿੱਚ ਦੱਸ ਦਿੰਦੇ ਕਿ ਯਾਰ ਕਿਸੇ ਦੇ ਕੋਈ ਦੁੱਖ ਤਕਲੀਫ ਹੁੰਦੀ ਹੈ, ਤਾਂ ਉਹਦੇ ਲਈ ਇਹ ਅਸੀਂ ਚੌਂਕ 'ਚ ਰੱਖ ਦਿੰਦੇ ਤੇ ਉਹਦਾ ਇਲਾਜ ਹੋ ਜਾਂਦਾ। ਹੁਣ ਮੈਂ ਸੋਚਦਾ ਯਾਰ ਇਹ ਤਾਂ ਬੜਾ ਵਧੀਆ ਤਰੀਕਾ ਹੈ, ਤੇ ਮੈਂ ਉਹਦਾ ਕਨਸੈਪਟ ਨਹੀਂ ਸਮਝਿਆ ਕਿ ਉਹ ਤਰੀਕਾ ਕੀ ਹੈ। ਮੈਂ ਆਪਣੇ ਪਿੰਡ 'ਚ ਆ ਕੇ ਵੀ ਉਹ ਚੀਜ਼ਾਂ ਸ਼ੁਰੂ ਕਰਤੀਆਂ। ਹੁਣ ਉਹਦਾ ਅਸਲ ਜੋ ਤਰੀਕਾ ਸੀ ਉਹ ਤਾਂ ਇੰਪਲੀਮੈਂਟ ਨਹੀਂ ਹੋਇਆ। ਹੁਣ ਕਿਸੇ ਦੇ ਘਰ ਕੋਈ ਬਿਮਾਰੀ ਹੈ, ਮੈਂ ਕਹਿੰਦੀ ਆਹ ਸਮਾਨ ਰੱਖ ਦਿਓ ਜੀ, ਠੀਕ ਹੋ ਜਾਓਗੇ। ਹੁਣ ਬਿਮਾਰੀ ਦੇ ਠੀਕ ਹੋਣ ਦੇ ਦੋ ਤਰੀਕੇ ਆ, ਜਾਂ ਤਾਂ ਦਵਾਈ ਨਾਲ ਜਾਂ ਤੁਹਾਡੀ ਇਮਿਊਨਲ ਪਾਵਰ ਦੇ ਨਾਲ। ਔਰ ਕੁਝ ਘਰੇਲੂ ਨੁਸਖੇ ਵੀ ਪੁਰਾਣੇ ਲੋਕ ਜਾਣਿਆ ਕਰਦੇ ਸੀ। ਹੁਣ ਉਹ
ਤਰੀਕੇ ਤੋਂ ਬਾਅਦ ਹੋਇਆ ਕੀ, ਚਾਹੇ ਬੰਦਾ ਆਪਣੀ ਇਮਿਊਨਲ ਪਾਵਰ ਦੇ ਨਾਲ ਹੀ ਠੀਕ ਹੋਇਆ, ਕਹਿੰਦਾ ਯਾਰ ਇਹਨੇ ਮੈਨੂੰ ਤਰੀਕਾ ਦੱਸਿਆ ਸੀ ਔਰ ਮੈਂ ਠੀਕ ਹੋ ਗਿਆ, ਤਾਂ ਉਹ ਹੌਲੀ ਹੌਲੀ ਉਸ ਬੰਦੇ ਦੀ ਉਹ ਸਾਈਕੋਲੋਜੀਕਲੀ ਬੰਦੇ ਦੇ ਦਿਮਾਗ ਦੇ ਵਿੱਚ ਬਿਠਾ ਦਿੱਤੀ ਜਾਂਦੀ ਹੈ ਚੀਜ਼, ਬੰਦਾ ਉਹਨੂੰ ਹਾਂ, ਫੋਲੋ ਕਰਨਾ ਪੈਂਦਾ। ਅੱਛਾ, ਫਿਰ ਜਿਹੜੇ ਬੰਦੇ ਨੇ ਇਸ ਚੀਜ਼ ਸ਼ੁਰੂਆਤ ਕਰਾਈ ਉਹਨੂੰ ਲੋਕ ਮੰਨਣ ਲੱਗੇ, ਪਤਾ ਨਹੀਂ ਇਹਦੇ ਕੋਲ ਕੀ ਚੀਜ਼ ਹੈ, ਵੀ ਇਹਨੇ ਤਰੀਕਾ ਦੱਸਿਆ ਔਰ ਠੀਕ ਹੋ ਗਿਆ। ਤਾਂ ਉਹ ਚੀਜ਼ ਹੌਲੀ ਹੌਲੀ ਵਿਗੜਦੇ ਵਿਗੜਦੇ ਅੱਜ ਟੂਣੇ ਦਾ ਜੋ ਰੂਪ ਹੈ, ਟੂਣਿਆਂ ਤੇ ਤਾਂਤਰਿਕਾਂ ਵਾਲਾ ਖੇਡ ਚੱਲ ਪਈ, ਲੁੱਟ ਖੋਹ ਚੱਲ ਪਈ ਲੋਕਾਂ ਦੀ ਇਸ ਤਰੀਕੇ ਨਾਲ। ਅੱਛਾ ਮਨੋਜ ਜੀ, ਕਿਵੇਂ ਸ਼ੁਰੂਆਤ ਹੋਈ ਸੀਗੀ ਪੰਜਾਬ ਦੇ ਵਿੱਚ? ਤਾਂ ਮੈਂ ਬਹੁਤ ਘੱਟ ਮੈਜੀਸ਼ੀਅਨ ਸੁਣੇ ਨੇ ਆਪਾਂ। ਇੱਕ ਬਚਪਨ ਦੇ ਵਿੱਚ ਸ਼ੰਕਰ ਸੰਪਰਾਟ ਹੋਣਾ ਦੇ ਕਈ ਵਾਰ ਸ਼ੋਜ਼ ਜਦੋਂ ਸਕੂਲਾਂ ਤੋਂ ਲੈ ਕੇ ਜਾਣੇ ਸਾਨੂੰ, ਉਹ ਦੇਖਦੇ ਹੁੰਦੇ ਸੀਗੇ। ਤੁਹਾਡੀ ਸ਼ੁਰੂਆਤ ਕਿਵੇਂ ਹੋਈ ਇਸ ਪਾਸੇ ਨੂੰ? ਮੇਰੀ ਸ਼ੁਰੂਆਤ ਹੋਈ ਸਰ ਟੀਵੀ ਚੈਨਲ ਦੇ ਉੱਪਰ ਆਉਂਦੇ ਸੀ ਰਾਮਾਇਣ ਮਹਾਭਾਰਤ, ਦਾਦਾ ਦਾਦੀ ਕੀ ਕਹਾਣੀਆਂ, ਵਿਕਰਮ ਬੇਤਾਲ ਵਗੈਰਾ, ਇੱਦਾਂ ਦੇ ਜਿਨ੍ਹਾਂ ਦੇ ਵਿੱਚ ਕਈ ਕਈ ਕਰੈਕਟਰ ਐਸੇ ਚਮਤਕਾਰ ਕਰਦੇ ਹੋਏ ਨਜ਼ਰ ਆਉਂਦੇ ਸੀ ਪਰਦੇ ਤੇ, ਕਿ ਕੋਈ ਹਵਾ 'ਚ ਉੱਡ ਰਿਹਾ ਹੈ, ਕੋਈ ਐ ਹੱਥ ਕੀਤਾ ਕੋਈ ਚੀਜ਼ ਆ ਗਈ ਹੱਥ 'ਚ, ਜਾਂ ਕੋਈ ਰਾਮਾਇਣ ਦੇ ਵਿੱਚ ਦਿਖਾ ਰਿਹਾ ਐ ਹੱਥ ਕੀਤਾ ਬ੍ਰਹਮਾਸਤਰ ਆ ਗਿਆ, ਜਾਂ ਕੋਈ ਦੂਜਾ ਤੀਰ ਆ ਗਿਆ। ਤੇ ਉਹ ਚੀਜ਼ਾਂ ਹਰ ਬੱਚੇ ਨੂੰ ਅਟਰੈਕਟ ਕਰਦੀਆਂ, ਤੇ ਮੈਨੂੰ ਵੀ ਕਰਦੀਆਂ ਸੀ। ਤਾਂ ਮਨ 'ਚ ਹੈ ਕਿ ਯਾਰ ਜੇ ਇਦਾਂ ਦੀ ਕੋਈ ਸ਼ਕਤੀਆਂ ਸਾਡੇ ਕੋਲ ਵੀ ਹੋਣ ਤਾਂ ਕਿਆ ਕਹਿੰਦੇ। ਤੇ ਥੋੜ੍ਹਾ ਉਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਕਿਹਾ ਵੀ ਸਾਧ ਸੰਤਾਂ ਕੋਲ ਸ਼ਕਤੀਆਂ ਹੁੰਦੀਆਂ, ਵੀ ਇਹ ਜੇ ਖੁਸ਼ ਹੋ ਜਾਣ, ਆਸ਼ੀਰਵਾਦ ਦੇ ਜਾਣ, ਤਾਂ ਇਹੋ ਜਿਹੀਆਂ ਸ਼ਕਤੀਆਂ ਤੁਹਾਨੂੰ ਮਿਲ ਸਕਦੀਆਂ। ਮੈਂ ਸਾਧ ਸੰਤਾਂ ਦੇ ਪਿੱਛੇ ਹੋ ਗਿਆ, ਤੇ ਜਦ ਉਹਨਾਂ ਦੇ ਪਿੱਛੇ ਹੋਇਆ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਜਿੰਨੇ ਵੀ ਚਮਤਕਾਰ ਸੀਗੇ ਉਹ ਸਭ ਕੈਮੀਕਲ ਰਿਐਕਸ਼ਨਸ ਜਾਂ ਕੋਈ ਫਰੋਡਬਾਜੀ ਜਾਂ ਕੋਈ ਹੱਥ ਦੀ ਸਫਾਈ ਚਲਾਕੀ, ਜਿਹਦੇ ਵਿੱਚ ਕੋਈ ਉਪਰੀ ਸ਼ਕਤੀ ਜਾਂ ਕੋਈ ਐਸਾ ਕੁਝ ਨਹੀਂ ਸੀ। ਉਹ ਇੱਕ ਧੋਖਾਧੜੀ ਸੀ, ਜਿਹਦਾ ਮਕਸਦ ਸੀ ਉਹ ਲੋਕਾਂ ਨੂੰ ਧੋਖਾ ਦੇ ਕੇ ਦਾਨ ਦਕਸ਼ਿਨਾ ਦੇ ਰੂਪ 'ਚ ਮੋਟੀ ਰਕਮ ਲੁੱਟਣਾ। ਤੇ ਮੇਰਾ ਉਹ ਉਸ ਤਰਫੋਂ ਧਿਆਨ ਇੱਕ ਤਰ੍ਹਾਂ ਕਹਿੰਦੇ ਮੋਹ ਭੰਗ ਹੋ ਗਿਆ। ਫਿਰ ਕਿਸੇ ਨੇ ਕਿਹਾ ਵੀ ਜੋਤਸ਼ੀਆਂ ਕੋਲ ਵੀ ਕੁਝ ਹੈ, ਕਿ ਉਹ ਭਵਿੱਖ ਦੇਖ ਲੈਂਦੇ ਆ, ਵੀ ਕੱਲ ਕੀ ਹੋਣਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ। ਮੈਂ ਜੋਤਿਸ਼ ਸਿੱਖਣ ਦੇ ਵੱਲ ਵੀ ਤੁਰ ਪਿਆ। ਜੋਤਿਸ਼ ਸਿੱਖੀ ਤੇ ਪਤਾ ਲੱਗਿਆ ਕਿ ਜੋਤਿਸ਼ ਵੀ ਇੱਕ ਫਰਾਡ ਵਿੱਦਿਆ ਹੈ, ਜਿਹਦਾ ਸੱਚਾਈ ਦੇ ਨਾਲ ਕੋਈ ਵਾਸਤਾ ਨਹੀਂ। ਤੇ ਫਿਰ ਕਿਸੇ ਨੇ ਕਿਹਾ ਕਿ ਜਾਦੂਗਰ ਵੀ ਸਟੇਜ ਤੇ ਯਾਰ ਬੜਾ ਕੁਝ ਦਿਖਾਉਂਦੇ ਆ, ਐ ਬਈ ਐ ਹੱਥ ਕਰਦੇ ਖਾਲੀ ਹੱਥ 'ਚ ਰੁਮਾਲ ਆ ਜਾਂਦਾ, ਛੜੀ ਆ ਜਾਂਦੀ ਹੈ, ਜਾਂ ਕੋਈ ਕਈ ਚੀਜ਼ਾਂ ਹਵਾ 'ਚ ਉਡਾ ਕੇ ਦਿਖਾਉਂਦੇ ਆ, ਗਾਇਬ ਕਰ ਦਿੰਦੇ ਚੀਜ਼ਾਂ। ਤੇ ਫਿਰ ਮੈਂ ਜਾਦੂਗਰਾਂ ਦੇ ਵੱਲ ਤੁਰਿਆ। ਜਦ ਉਹਨਾਂ ਵੱਲ ਤੁਰਿਆ ਤਾਂ ਉੱਥੇ ਇੱਕ ਜੋ ਚੀਜ਼ ਮੈਨੂੰ ਨਜ਼ਰ ਆਈ ਕਿ ਇੱਕ ਐਸੀ ਇਮਾਨਦਾਰ ਕਲਾ ਹੈ ਜਿਹਦਾ ਮਕਸਦ ਕੁਛ ਅਲੌਕਿਕ ਮਤਲਬ ਕੌਤੁਕ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰਨਾ। ਬਿਲਕੁਲ। ਔਰ ਉਹ ਸਟੇਜ ਤੇ ਚੜ੍ਹਦੇ ਹੀ ਪਹਿਲਾਂ ਇਹ ਕਹਿੰਦੇ ਆ ਕਿ ਅਸੀਂ ਜੋ ਕਰ ਰਹੇ ਹਾਂ ਹੱਥ ਦੀ ਸਫਾਈ ਜਾਂ ਚਲਾਕੀ ਦਿਖਾ ਰਹੇ ਹਾਂ। ਇਹ ਹਾਲਾਂਕਿ ਕੁਛ ਜਾਦੂਗਰਾਂ ਨੇ ਇਹਨੂੰ ਉਪਰੀ ਸ਼ਕਤੀ ਦੇ ਰੂਪ 'ਚ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਹਦਾ ਖਾਮਿਆਜਾ ਇਸ ਆਰਟ ਨੂੰ ਅੱਜ ਵੀ ਭੁਗਤਣਾ ਪੈ ਰਿਹਾ ਕਿ ਲੋਕ ਇਸ ਤੋਂ ਡਰਦੇ ਆ। ਤੇ ਲੇਕਿਨ ਉਹ ਜਦੋਂ ਜਿਨ੍ਹਾਂ ਦੇ ਨਾਲ ਮੇਰਾ ਟਕਰਾ ਹੋਇਆ, ਉਹਨਾਂ ਦਾ ਇਹ ਕਹਿਣਾ ਕਿ ਹਾਂ ਅਸੀਂ ਹੱਥ ਦੀ ਸਫਾਈ ਚਲਾਕੀ ਦਿਖਾ ਰਹੇ ਹਾਂ, ਉਹ ਇਮਾਨਦਾਰੀ ਮੈਨੂੰ ਪਸੰਦ ਆਈ। ਤੇ ਹੌਲੀ ਹੌਲੀ ਉਸ ਚੀਜ਼ ਵੱਲ ਜਦੋਂ ਮੈਂ 2-4 ਚੀਜ਼ਾਂ ਸਿੱਖੀਆਂ ਉਹਨਾਂ ਕੋਲੋਂ, ਜਾਦੂਗਰਾਂ ਤੋਂ, ਫਿਰ ਯਾਰਾਂ ਦੋਸਤਾਂ ਨੇ ਦਿਖਾਈਆਂ, ਉਹਨਾਂ ਨੇ ਉਹ ਟ੍ਰਿਕ ਦੇਖ ਕੇ ਉਹ ਹੈਰਾਨ ਹੋਏ। ਤੇ ਇੱਕ ਮੈਨੂੰ ਜਿਹਨੂੰ ਕਹਿੰਦੇ VIP ਟ੍ਰੀਟਮੈਂਟ ਮਿਲਣੀ ਸ਼ੁਰੂ ਹੋ ਗਈ ਕਿ ਵੀ ਜਦੋਂ ਵੀ ਮੈਂ ਯਾਰਾਂ ਦੋਸਤਾਂ ਚਾਹਨਾ ਯਾਰ ਬੈਠ ਗਿਆ ਸਰ ਕੋਲ, ਤਾਂ ਇੱਕ VIP ਜਿਹੜਾ ਸਟੇਟਸ ਬਣਨਾ ਸ਼ੁਰੂ ਹੋਇਆ। ਉਸ ਚੀਜ਼ ਨੇ ਮੈਨੂੰ ਹੋਰ ਹੱਲਾਸ਼ੇਰੀ ਦਿੱਤੀ ਕਿ ਵੀ ਚਲੋ ਇਹਨੂੰ ਸਿੱਖੀਏ। ਤੇ ਹੌਲੀ ਹੌਲੀ ਕਰਦੇ ਕਰਦੇ 1 ਤੋਂ 2, 2 ਤੋਂ 3, ਅੱਜ ਹਜ਼ਾਰਾਂ ਤਰ੍ਹਾਂ ਦੇ ਜਾਦੂ ਮੈਂ ਕਰਕੇ ਦਿਖਾਓ ਇੱਕ ਵਾਰ। ਫਿਰ ਬੱਚੇ ਇਹੀ ਉਡੀਕ ਰਹੇ ਹੋਣਗੇ ਵੀ ਜਾਦੂਗਰ ਆਪਣੀ ਕਲਾ ਦਿਖਾਉਣਗੇ ਕਿ ਕਿਹੜੀ ਹੁਣ ਅਗਲੀ ਨੈਕਸਟ। ਤਾਂ ਤੁਸੀਂ ਇੰਜੋਏ, ਮੈਨੂੰ ਉਮੀਦ ਹੈ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤਾਂ ਮਨੋਜ ਜੀ ਤੋਂ ਨਾਲ ਦੀ ਨਾਲ ਤੁਹਾਨੂੰ ਆਪਾਂ ਜਿਹੜੇ ਸ਼ੋਅ ਦੇ ਟ੍ਰਿਕਸ ਨੇ ਉਹ ਵੀ ਦਿਖਾ ਰਹੇ ਹਾਂ, ਕਿਵੇਂ ਕਈ ਵਾਰ ਤਾਂ ਢੋਂਗੀ ਜਿਹੜੇ ਲੋਕ ਨੇ, ਪਖੰਡੀ ਸਾਧ ਨੇ, ਕਿਵੇਂ ਸਾਨੂੰ ਘਰਾਂ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਇੱਕ ਟ੍ਰਿਕ ਦਿਖਾਉਂਦੇ ਨੇ। ਅਸੀਂ ਸਮਝੀਦਾ ਵੀ ਸ਼ਾਇਦ ਕੋਈ ਸ਼ਕਤੀ ਹੈ ਇਹਦੇ ਕੋਲ, ਔਰ ਫਿਰ ਉਹ ਸਾਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ। ਕਈ ਵਾਰ ਤਾਂ ਐਂ ਵੀ ਹੋਇਆ ਵੀ ਸੋਨੇ ਦਾ ਘੜਾ ਬੰਨ੍ਹ ਕੇ ਚਲ ਜਾਂਦੇ ਘਰੇ, ਸੋਨੇ ਸਾਰੇ ਗਹਿਣੇ ਪਵਾ ਕੇ, ਤੇ ਅਸੀਂ ਉਸ ਸਰਾਣੇ ਬੈਠੇ ਰਹੀਦਾ। ਪਰ ਜਦੋਂ 2-3 ਦਿਨ ਬਾਅਦ ਖੋਲ੍ਹੀਦਾ ਤਾਂ ਫਿਰ ਉਹ ਘੜੇ ਦੇ ਵਿੱਚੋਂ ਤਾਂ ਫਿਰ ਨਿਕਲਦਾ, ਫਿਰ ਕਦੀ ਚੌਲ ਨਿਕਲਦੇ, ਫਿਰ ਕਦੀ ਕੁਛ ਨਿਕਲਦੇ। ਹਾਂ, ਤਾਂ ਇੱਕ ਹੋਰ ਟ੍ਰਿਕ ਤੁਹਾਨੂੰ ਮਨੋਜ ਜੀ ਦਿਖਾਉਣ ਜਾ ਰਹੇ ਨੇ, ਮੈਨੂੰ ਲੱਗਦਾ ਨਟ ਬੋਲਟ ਇੱਕ ਰੱਖਿਆ। ਤਾਂ ਇਹ ਖੋਲੋ ਸਰ। ਤਾਂ ਮੈਂ ਕਰ ਰਿਹਾ ਜੀ ਇਹਨੂੰ ਹੱਥ ਦੇ ਨਾਲ, ਜਿਵੇਂ
ਆਮ ਜਿਵੇਂ ਆਪਾਂ ਘਰਾਂ ਦੇ ਵਿੱਚ Okay, ਬੰਦ ਕੋਈ ਕਰੋ। ਨਟ ਬੋਲਟ ਮਿਲਦਾ ਹੈ ਤਾਂ ਉਸ ਚੀਜ਼ ਨੂੰ ਖੋਲੀਦਾ ਹੈ। ਤਾਂ ਲਓ ਮਨੋਜ ਜੀ, ਜਿਵੇਂ ਤੁਸੀਂ ਕਿਹਾ ਉਵੇਂ ਕਰਤਾ ਸੀ। ਸੋ ਇਦਾਂ ਖੋਲਣ ਇਦਾਂ ਬੰਦ ਕਰਨ 'ਚ ਕਾਫੀ એનર્ਜੀ ਲੱਗਦੀ ਤੁਹਾਡੀ, ਹਾਂਜੀ, ਲੇਕਿਨ ਮੈਜੀਸ਼ੀਅਨ ਇਹਨੂੰ ਕਿੱਦਾਂ ਕਰਦੇ ਆ ਜੀ? ਮੈਜਿਕ ਦੇ ਨਾਲ। ਇਹ ਤਾਂ ਮਨੋਜ ਜੀ ਦਾ ਸਪੀਡ ਹੀ ਬੜੀ, ਇੱਕ ਵਾਰੀ ਫੇਰ ਕਰਕੇ ਦੱਸ ਦਿਓ ਇੱਕ ਵਾਰੀ, ਇਹ ਲੋਕਾਂ ਨੂੰ ਅਜੇ ਪਤਾ ਨਹੀਂ ਲੱਗਾ ਹੋਊਗਾ। ਕੋਈ ਮੋਟਰ ਮਾਟਰ ਤਾਂ ਨਹੀਂ ਲੱਗੀ ਇਹਦੇ ਵਿੱਚ ਕੋਈ? ਦੇਖੋ ਸਰ, ਹੂੰ। ਕਿਆ ਬਾਤ ਹੈ, ਇਹ ਇੰਨਾ ਸੌਖਾ ਕੰਮ ਹੋ ਜੇ। ਮੈਨੂੰ ਲੱਗਦਾ ਡਰਿੱਲਾਂ ਵਾਲਾ ਕੰਮ ਜਾਂ ਹੋਰ ਮਸ਼ੀਨਾਂ ਵਾਲਾ ਕੰਮ ਹੈ ਉਹ ਤਾਂ ਬੰਦ ਹੀ ਹੋ ਜਾਏਗਾ। ਇੱਕ ਵਾਰੀ ਮੈਂ ਵੀ ਟਰਾਈ ਕਰਕੇ ਦੇਖਦਾ, ਹੋ ਸਕਦਾ ਤੁਸੀਂ ਕਹੋਗੇ ਵੀ ਸ਼ਾਇਦ ਵੀ ਮੈਂ ਵੀ ਇੱਧਰ ਨਾਲ ਸੈਟਿੰਗ ਕੀਤੀ ਹੋਈ ਆ ਰਲਿਆਂ ਨਾਲ ਇਹਨਾਂ ਦੇ, ਤੇ ਸ਼ਾਇਦ ਇੱਥੇ ਕਿ ਫੜ ਕੇ ਉਹਨਾਂ ਨੇ ਇੱਥੋਂ ਦੀ ਕੁਝ ਨੱਪਿਆ ਸੀਗਾ। ਕੋਈ ਭਾਈ ਬਟਨ ਬੁਟਨ ਤਾਂ ਇਹਦੇ ਵਿੱਚ ਕੋਈ ਲੱਗਾ ਨਹੀਂ ਹੈਗਾ, ਔਰ ਨਾ ਹੀ ਇਹ ਮੇਰੇ ਕਿਸੇ ਇਸ਼ਾਰੇ ਦੇ ਉੱਤੇ ਘੁੰਮ ਰਿਹਾ ਹੈ। ਕਿਉਂਕਿ ਤੁਸੀਂ ਕਹੋਗੇ ਵੀ ਸ਼ਾਇਦ ਕੋਈ ਬਟਨ ਬੁਟਨ ਲੱਗਾ ਇਹਦੇ ਵਿੱਚ ਜਾਂ ਕੋਈ ਮੋਟਰ ਫਿੱਟ ਕੀਤੀ ਆ ਉਹਦੇ ਨਾਲ ਇਹ ਘੁੰਮ ਕੇ ਉਤਰ ਜਾਂਦਾ ਹੋਊਗਾ, ਪਰ ਇਦਾਂ ਦਾ ਨਹੀਂ ਆ ਕੁਝ ਵੀ। ਤਾਂ ਉਮੀਦ ਹੈ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਇਹ ਸ਼ੋਅ ਅੱਜ ਦਾ। ਤਾਂ ਇੱਕ ਹੋਰ ਟ੍ਰਿਕ, ਇਹ ਕੀ ਹੈ ਸਰ? ਇਹ ਸਿੱਕੇ ਨੇ ਜੀ, ਕਿੰਨੇ 4 ਸਿੱਕੇ। ਚੈੱਕ ਕਰਨਾ ਚਾਹੋ ਚੈੱਕ ਕਰ ਸਕਦੇ ਹੋ, ਜੈਨੂਇਨ ਹੈ, ਕੋਈ ਗੜਬੜ ਤਾਂ ਨਹੀਂ? ਕੋਈ 2 ਕੋਇਨ ਜੁੜੇ ਹੋਏ ਜਾਂ ਸ਼ੈਲ ਕੋਇਨ? ਫਿਲਹਾਲ ਤਾਂ ਸਾਰੇ ਸਿੰਗਲ ਹੀ ਨੇ, ਔਰ 4 ਸਿੱਕੇ ਨੇ, ਔਰ ਚਾਰੋਂ ਇੱਕੋ ਜਿਹੇ ਨੇ। ਔਰ ਕਲੋਜ਼ ਕਰਕੇ ਇੱਕ ਵਾਰ ਦਿਖਾ ਦਿਓ ਵੀ ਸ਼ਾਇਦ ਕੋਈ ਸਿੱਕਿਆਂ ਦੀ ਕੋਈ ਨਿਸ਼ਾਨੀ ਵਗੈਰਾ ਨਾ ਰੱਖੀ ਹੋਵੇ, 1 2 3 4 ਨੰਬਰ ਨਾ ਕੋਈ ਕਿਸੇ ਨੂੰ ਯੂਨੀਕ ਨੰਬਰ ਦਿੱਤਾ ਹੋਵੇ ਵੀ ਜਿਹਦੀ ਪਛਾਣ ਕਰ ਜਾਂਦੇ ਹੋਣਗੇ। ਤਾਂ ਲਗਭਗ ਇੱਕੋ ਜਿਹੇ ਨੇ ਸਰ ਸਾਰੇ। ਇਹਨਾਂ 'ਚੋਂ ਇੱਕ ਸਿੱਕਾ ਮੇਰੇ ਹੱਥ ਤੇ ਰੱਖ ਦਿਓ। ਇੱਕ ਸਿੱਕਾ ਆਪਾਂ ਮਨੋਜ ਜੀ ਦੇ ਹੱਥ 'ਤੇ ਰੱਖਦਾ। ਜਿਹੜੇ ਸਿੱਕੇ ਨੂੰ ਤੁਸੀਂ ਮੇਰੇ ਹੱਥ ਤੇ ਰੱਖਾ, ਆਪਾਂ ਮੰਨ ਲੈਂਦੇ ਮੈਜਿਕ ਕੋਇਨ ਹੈ, ਔਰ ਜਿੰਨਾ ਵੀ ਮੈਜਿਕ ਹੋਏਗਾ ਇਹਦੇ ਨਾਲ ਹੀ ਹੋਏਗਾ, ਪਰ ਹਲੇ ਇਹਦੀ ਪਾਵਰ ਘੱਟ ਹੈ। ਅੱਛਾ, ਤਾਂ ਇਹਦੀ ਪਾਵਰ ਵਧਾਉਣ ਲਈ ਮੈਂ ਚਾਹੁੰਦਾ ਤੁਸੀਂ ਇੱਥੇ ਫੂਕ ਮਾਰ ਦਿਓ। ਤੁਹਾਡੀ ਫੂਕ ਨਾਲ ਇਹਦੀ ਪਾਵਰ ਵਧ ਗਈ। ਨੋ ਮੈਜਿਕ ਕੋਇਨ ਜੋ ਹੈ ਮੇਰੇ ਖੱਬੇ ਹੱਥ 'ਚ ਤੇ ਨਾਰਮਲ ਮੇਰੇ ਸੱਜੇ ਹੱਥ 'ਚ। ਇਹ ਮੈਜਿਕ ਕੋਇਨ, ਇਹ ਨਾਰਮਲ ਕੋਇਨ, ਮੁੱਠੀ ਬੰਦ ਹੈ ਜੀ। ਮੈਜਿਕ ਕੋਇਨ ਕਿੱਥੇ ਹੈ ਇੱਧਰ ਸੀਗਾ ਤੇ ਨਾਰਮਲ ਕੋਇਨ? ਉਧਰ ਸੀਗਾ। ਨਹੀਂ ਭਾਜੀ, ਉਧਰ ਕੁਝ ਨਹੀਂ ਹੈ, ਦੋਨੋਂ ਇੱਧਰ ਹੈ। ਅੱਛਾ, ਕਿਉਂਕਿ ਇਹ ਮੈਜਿਕ ਕੋਇਨ ਹੈ, ਇਹ ਆਪਣੇ ਮੈਜਿਕ ਨਾਲ ਦੂਜੇ ਕੋਇਨ ਨੂੰ ਵੀ ਆਪਣੇ ਕੋਲ ਬੁਲਾ ਲੈਂਦਾ। ਹੁਣ ਦੋਨੋਂ ਮੇਰੇ ਖੱਬੇ ਹੱਥ 'ਚ ਤੇ ਇੱਕ ਮੇਰੇ ਸੱਜੇ ਹੱਥ 'ਚ। 2 ਕੋਇਨ ਕਿੱਥੇ ਹੈ ਜੀ? 2 ਇੱਧਰ ਸੀਗੇ, ਇੱਕ ਇੱਧਰ। ਨਹੀਂ ਭਾਜੀ, ਇੱਧਰ ਤਾਂ ਕੁਝ ਨਹੀਂ, ਤਿੰਨੋਂ ਇੱਧਰ ਹੈ। ਅੱਛਾ, ਇਹ ਥੋੜਾ ਕਫ ਕੁਫ ਦਿਖਾ ਦਿਓ। ਬੜੇ ਲੋਕੀ ਕਹਿੰਦੇ ਹੋਣਗੇ ਵੀ ਕਫਾਂ ਕੁਫਾਂ ਵਿੱਚ ਬਾੜ ਲੈਂਦੇ ਨੇ, ਇਹ ਵੀ ਆਪਾਂ ਸੁਣਦੇ ਆ। ਕਹਿੰਦੇ ਜਿਹੜੇ ਜਾਦੂਗਰ ਨੇ ਬਾਹਾਂ ਦੇ ਵਿੱਚ ਇੱਥੇ ਲਾਇਆ ਹੁੰਦਾ ਉਹਨਾਂ ਨੇ। ਆਪਣਾ ਹੱਥ ਆਪ ਦਾ ਹੱਥ ਦਿਓ। ਹੁਣ ਇਹ ਤਿੰਨੋਂ ਸਿੱਕੇ ਤੁਹਾਡੇ ਕੋਲ, ਮੁੱਠੀ ਬੰਦ, ਟਾਈਟ। ਦਰਸ਼ਕੋ, ਇਹ ਮੈਂ ਤੁਹਾਨੂੰ 3 ਸਿੱਕੇ ਤੁਹਾਨੂੰ ਇਸ ਲਈ ਦਿੱਤੇ ਕਿ ਤੁਹਾਨੂੰ ਸ਼ੱਕ ਸੀਗਾ ਕਿ ਸ਼ਾਇਦ ਮੇਰੇ ਕਫ 'ਚ ਕੁਝ ਹੋਏਗਾ, ਲੇਕਿਨ ਅਜਿਹਾ ਸਿਸਟਮ ਸ਼ਾਇਦ ਹੋ ਸਕਦਾ ਕਿਸੇ ਜਾਦੂਗਰ ਦੇ ਕੋਲ ਕੰਮ ਕਰੇ ਇਦਾਂ ਦਾ ਸਿਸਟਮ, ਲੇਕਿਨ ਕਿਸੇ ਹੋਰ ਦੇ ਹੱਥ 'ਚ ਇਹ ਸਿਸਟਮ ਫੇਲ। ਹੁਣ 3 ਸਿੱਕੇ ਤੁਹਾਡੇ ਕੋਲ ਤੇ ਇੱਕ ਮੇਰੇ ਕੋਲ। 3 ਕਿਹਦੇ ਕੋਲ ਹੈ ਸਰ? ਤੁਹਾਡੇ ਕੋਲ। ਤੇ ਇੱਕ ਤੁਹਾਡੇ ਕੋਲ। ਇੱਕ ਤੁਹਾਡੇ ਕੋਲ ਸੀ, 3 ਮੇਰੇ ਕੋਲ ਸੀ। ਨਹੀਂ ਸਰ, ਮੇਰੇ ਕੋਲ ਤਾਂ ਕੁਝ ਨਹੀਂ ਹੈ। ਆਪ ਦਾ ਹੱਥ ਚੈੱਕ ਕਰੋ। 4 ਸਿੱਕੇ, 3 ਆਪਾਂ ਸਿੱਕੇ ਫੜੇ ਸੀਗੇ, ਔਰ ਚੌਥਾ ਸਿੱਕਾ ਜਿਹੜਾ ਹੈ ਉਹ ਚਲੋ ਟ੍ਰਿਕ ਕਹਿ ਸਕਦੇ ਹਾਂ, ਹੱਥ ਦੀ ਸਫਾਈ ਕਹਿ ਸਕਦੇ ਹਾਂ। ਜਾਦੂ ਤਾਂ ਨਹੀਂ ਮੈਂ ਕਹਿੰਦਾ, ਪਰ ਟ੍ਰਿਕ ਹੈ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਜਾਦੂ ਕਰ ਲੈਂਦੇ ਨੇ। ਬੜਾ ਇਹਨਾਂ 'ਚੋਂ ਮੈਜਿਕ ਕੋਇਨ ਕਿਹੜਾ ਜੀ? ਮੈਜਿਕ ਦੀ ਤਾਂ ਹੁਣ ਮੈਨੂੰ ਲੱਗਦਾ ਪਛਾਣ ਕਰਨੀ ਔਖੀ, ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਦੇਖੀਆਂ ਸੀ ਵੀ ਕੋਈ ਨਿਸ਼ਾਨੀ ਤਾਂ ਨਹੀਂ ਵੱਖਰੀ, ਉਹ ਮੈਨੂੰ ਲੱਗਾ ਨਹੀਂ। ਚਲੋ ਮੈਂ ਇੱਕ ਹਿੰਟ ਦਿੰਦਾ। ਮੈਜਿਕ ਕੋਇਨ ਉਹ ਹੈ ਜਿੱਤੇ ਤੁਸੀਂ ਫੂਕ ਮਾਰੀ ਸੀ। ਉਹ ਵੀ ਨਹੀਂ ਪਤਾ ਲੱਗਣੀ। ਮੈਜਿਕ ਕੋਇਨ ਦਾ ਸਾਈਜ਼ ਔਰ weight ਬਾਕੀ ਕੋਇਨ ਨਾਲ ਥੋੜਾ ਜਿਹਾ ਵੱਖਰਾ ਹੈ। ਮੈਨੂੰ ਤਾਂ ਵੈਸੇ ਬਰਾਬਰ ਜਿਹੇ ਲੱਗਦੇ ਜੀ ਸਾਰੇ, ਸਾਈਜ਼ ਵੀ ਇੱਕੋ ਜਿਹਾ ਲੱਗਦਾ ਔਰ weight ਵੀ ਇੱਕੋ ਜਿਹਾ ਹੀ ਲੱਗਦਾ ਸਾਰਾ। ਮੇਕ ਅ ਲਾਈਨ। ਓਕੇ, ਆਹ ਕੋਇਨ ਹੈ ਜੀ ਮੈਜਿਕ ਕੋਇਨ, ਅੱਛਾ, ਪਰ ਇਹ ਜਿੱਦਾਂ ਦਾ ਦਿਖਦਾ ਹੈ ਉਦਾਂ ਦਾ ਹੈ ਨਹੀਂ ਸਰ। ਇਹ ਉਸ ਤੋਂ ਵੀ ਬਹੁਤ ਵੱਡੀ ਸ਼ਾਤਿਰ ਚੀਜ਼ ਹੈ। ਔਰ ਇੱਕ ਜੰਬੂ ਕੋਇਨ। ਕੀ ਬਾਤ ਹੈ। ਇਹ 4 ਸਿੱਕੇ ਛੋਟੇ ਸੀ। ਕਿ ਤਿੰਨੋਂ ਸਿੱਕੇ ਨਾਰਮਲ ਹੈ ਜੀ, ਸਿਰਫ ਇਹੀ ਮੈਜਿਕ ਕੋਇਨ ਹੈ। ਔਰ ਜਿੱਦਾਂ ਕਿ ਮੈਂ ਦੱਸਿਆ ਕਿ ਇਹਦਾ ਸਾਈਜ਼ ਔਰ weight ਬਾਕੀ ਕੋਇਨ ਨਾਲ ਥੋੜਾ ਜਿਹਾ ਵੱਖਰਾ ਹੈ, ਔਰ ਤੁਸੀਂ ਚੈੱਕ ਕਰ ਸਕਦੇ ਹੋ ਵੱਖਰਾ ਹੈ। ਕੀ ਬਾਤ ਹੈ। ਇਹ ਮਨੋਜ ਜੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਵਾਕਿਆ ਅੱਜ ਉਮੀਦ ਹੈ ਕਿ ਇਸ ਵੀਡੀਓ ਨੂੰ ਬੱਚੇ ਵੀ ਇੰਜੋਏ ਕਰ ਰਹੇ ਹੋਣਗੇ। ਔਰ ਬੜੇ ਸੋਹਣੇ ਟ੍ਰਿਕਸ ਨੇ ਮਨੋਜ ਜੀ। ਕਿੰਨਾ ਕੁ ਕਹਿ ਲਈਏ ਵੀ ਪ੍ਰੋਫੈਸ਼ਨਲੀ ਇਸ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਫਾਇਦਾ ਮਿਲਿਆ? ਫਾਇਦਾ ਤਾਂ ਦੇਖੋ ਜੀ, ਓਬਵੀਅਸਲੀ ਫਾਈਨੈਂਸ਼ੀਅਲ ਗੱਲ ਕਰੀਏ ਤਾਂ ਹੁਣ ਹੁਨਰਬਾਜ਼ ਦੇ ਵਿੱਚ ਆਉਣ ਤੋਂ ਬਾਅਦ ਇੱਕ ਪਹਿਚਾਨ ਬਣੀ ਹੈ, ਔਰ ਸ਼ੋਜ਼ ਵੀ ਪਹਿਲੇ ਨਾਲੋਂ
ਵੱਧ ਮਿਲ ਰਹੇ ਨੇ। ਤੇ ਔਰ ਜੇ ਸੋਸ਼ਲ ਲੈਵਲ ਤੇ ਗੱਲ ਕਰੀਏ ਤਾਂ ਜਿਸ ਵੇਲੇ ਮੈਂ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਨਹੀਂ ਸੀਗਾ, ਉਦੋਂ ਵੀ ਮੈਂ ਮੈਜਿਕ ਸ਼ੌਕੀਆ ਤੌਰ ਤੇ ਯਾਰਾਂ ਦੋਸਤਾਂ 'ਚ ਕਰਦਾ ਸੀ। ਜੋ ਸਾਡਾ ਪਹਿਲਾ ਬਿਜ਼ਨਸ ਸੀਗਾ ਜਿਹਦੇ 'ਚ ਸਾਨੂੰ ਕਾਫੀ ਲਾਸਿਸ ਹੋ ਗਏ ਸੀਗੇ ਉਹ ਅਨਫੋਰਚੂਨੇਟਲੀ। ਤੇ ਉਸ ਦੌਰਾਨ ਜੋ ਮੇਰੇ ਪਾਰਟਨਰ ਸੀਗੇ ਉਹਨਾਂ ਦੀ ਫੈਮਿਲੀ ਦੀ ਜੇ ਗੱਲ ਕਰੀਏ ਤਾਂ ਮੈਂ ਤਾਂ ਸ਼ਾਇਦ ਤੁਹਾਨੂੰ ਗੱਲਾਂ ਤੋਂ ਪਤਾ ਲੱਗ ਹੀ ਗਿਆ ਕਿ ਮੈਂ ਵਹਿਮਾਂ ਭਰਮਾਂ ਤੋਂ ਮੈਂ ਬਹੁਤ ਦੂਰ ਹੈ। ਤੇ ਉਹ ਥੋੜ੍ਹੇ ਬਹੁਤ ਵਹਿਮ ਵਗੈਰਾ ਕਰਦੇ ਸੀ। ਤੇ ਇੱਕ ਸਾਧ ਇੱਕ ਦਿਨ ਮੈਂ ਉਹਨਾਂ ਦੇ ਘਰ ਸਵੇਰੇ ਗਿਆ, ਕਿਉਂਕਿ ਮੇਰਾ ਪੂਰਾ ਰੂਟੀਨ ਸੀਗਾ ਸਵੇਰੇ ਚਾਬੀ ਉੱਥੋਂ ਲੈ ਕੇ ਫੈਕਟਰੀ ਖੋਲ੍ਹਣ। ਤੇ ਇੱਕ ਸਾਧ ਉਹਨਾਂ ਦੇ ਘਰ ਬੈਠਾ ਹੋਇਆ ਸੀ ਤੇ ਉਹਨੇ ਦੋ ਕੁ ਚਮਤਕਾਰ ਦਿਖਾ ਕੇ ਉਹਨਾਂ ਨੂੰ ਇੰਪ੍ਰੈਸ ਕਰ ਲਿਆ ਸੀਗਾ। ਤੇ ਮੇਰੇ ਫਾਦਰ ਸਾਹਿਬ ਤੋਂ ਵੀ ਪਹਿਲਾਂ ਇੱਕ 100 ਦਾ ਨੋਟ ਲਿੱਤਾ, ਉਹਨੂੰ ਫੋਲਡ ਜਿਹਾ ਕਰਕੇ ਉੱਤੇ ਮੌਲੀ ਜੀ ਬਣ ਕੇ ਫੜਾਤਾ ਵੀ ਜਿੱਥੇ ਤੁਹਾਡਾ ਗੱਲੇ ਦੇ ਵਿੱਚ ਰੱਖ ਦਿਓ ਬਰਕਤ ਪਏਗੀ। ਤੇ ਹੁਣ ਜਦੋਂ ਨੋਟ ਬਣ ਕੇ ਮੌਲੀ ਜੀ ਬਣ ਕੇ ਵਾਪਸ ਦੇ ਦਿੱਤਾ ਤਾਂ ਇੱਕ ਇਫੈਕਟ ਉਹਨੇ ਸਾਈਕੋਲੋਜੀਕਲ ਪਾਤਾ ਦਿਮਾਗ 'ਚ ਕਿ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ, ਤੁਹਾਡੇ ਪੈਸੇ ਤੁਹਾਨੂੰ ਹੀ ਦੇ ਰਿਹਾ ਮੈਂ। ਉਸ ਤੋਂ ਬਾਅਦ ਜੋ ਮੇਰੇ ਪਾਰਟਨਰ ਸੀਗੇ ਦੂਸਰੇ ਉਹਨਾਂ ਨੂੰ ਕਹਿੰਦਾ ਜੀ ਤੁਹਾਡੀ ਜੇਬ ਮੇਂ ਕੋਈ ਬੜਾ ਨੋਟ ਹੈ ਉਹ ਦਿਓ। ਤੇ ਉਹਨਾਂ ਨੇ ਉਸ ਵੇਲੇ 500 ਦਾ ਨੋਟ ਹੀ ਸਭ ਤੋਂ ਵੱਡਾ ਹੁੰਦਾ ਸੀਗਾ ਤੇ 1000 2000 ਦਾ ਨੋਟ ਤਾਂ ਬਾਅਦ 'ਚ ਆਏ। ਉਹ 500 ਦਾ ਨੋਟ ਕੱਢ ਕੇ ਬਾਬੇ ਦੇ ਹੱਥ 'ਚ ਰੱਖ ਕੇ ਜੀ ਬਾਬਾ ਉਸ ਤੋਂ ਬਾਅਦ ਹੋਰ ਗੱਲਾਂ ਕਰੀ ਗਿਆ, ਉਸ 500 ਦੇ ਨੋਟ ਦੇ ਬਾਰੇ ਕੋਈ ਗੱਲ ਨਾ ਕਰੇ। ਤਾਂ ਮੇਰੇ ਪਾਰਟਨਰ ਦਾ ਜੋ ਬੇਟਾ ਸੀਗਾ ਮੇਰਾ ਹਮ ਉਮਰ ਹੀ ਸੀ ਤੇ ਉਹਨੇ ਮੈਂ ਹਾਲਾਂਕਿ ਨਾਰਮਲੀ ਇਹੋ ਜਿਹੇ ਕੰਮ ਦੇ ਵਿੱਚ ਨਾ ਵਿੱਚ ਮੈਂ ਜਾਂਦਾ ਨਹੀਂ ਜੋ ਕਿਉਂਕਿ ਕਿਸੇ ਦਾ ਭਾਵਨਾ ਨੂੰ ਠੇਸ ਪਹੁੰਚਾਉਣਾ ਮੇਰਾ ਕੋਈ ਮਕਸਦ ਨਹੀਂ ਹੁੰਦਾ। ਲੇਕਿਨ ਉਹਨੇ ਇੱਕ ਅੱਖਾਂ ਦੇ ਨਾਲ ਇਸ਼ਾਰੇ ਨਾਲ ਮੇਰੇ ਨਾਲ ਰੂਬਰੂ ਹੋਇਆ ਕਿ 500 ਹੈ। ਤੇ ਜਦੋਂ ਉਹਨੇ ਇਸ਼ਾਰਾ ਕੀਤਾ ਫਿਰ ਮੈਂ ਵਿੱਚ ਆ ਗਿਆ। ਫਿਰ ਮੈਂ ਕਿਹਾ ਬਾਬਾ ਜੀ ਇੱਕ ਗੱਲ ਕਹਾਂ, ਮੈਂ ਕਿਹਾ ਜਿੰਨੇ ਤੁਸੀਂ ਚਮਤਕਾਰ ਕੀਤੇ ਹੈ ਨਾ ਇਹ ਸਾਰੇ ਮੈਂ ਕਰਕੇ ਦਿਖਾਵਾਂ। ਤੇ ਪਹਿਲਾਂ ਤਾਂ ਮੇਰੀ ਸ਼ਕਲ ਦੇਖੇ ਬਾਬਾ ਤੇ कहना कर लोगे? मैं कहा कर भी लूँगा और इस ढंग से करूँगा कि आपका तो मैं पकड़ लिया है कि आपने क्या किया है, आप मेरा पकड़ नहीं पाओगे। तो इन्हें एक गल च वो समझ गया कि मैं किस लेवल ते हैगा। तो अच्छा तुझे वो 500 रुपया चाहिए कि मेरे कमंडल में पड़ा निकाल ले। जो कमंडल च पाया होया ओबवियसली नॉर्मली कोई कढ़दा नहीं, लेकिन मैनू कोई फर्क नहीं था। फिर एक पल दे लई मन च सोच आई कि हो ना हो या जिहड़ा मैनू कह रहा कि कमंडल चो कढ़ लै, या तो ये अंदर कोई बिच्छू या कोई ऐसी चीज़ रखी हुई ने कि जिहड़ा कि मैनू फिर दिमाग च आया कि नहीं जे ऐसी चीज़ हुंदी तो ये बाबा भी 2-3 बार अपने कमंडल छत्त पा रहा सी ते ओनू भी करदी। मैं अपना 500 कढ़िया ते खैर उस तो बाद बाबे ने चलो कोई ऐसे साधु संत आए उसकी सेवा कर दिया करना ये वो गल्लां। मैं कहता सेवा तेरी भी हुई सी और कोई आएगा उसकी भी सेवा हो जाएगी, लेकिन जे आ जेड़े ड्रामेबाजी कीती है ये करेंगे तो फिर तोड़ांगे इदां ही। ते खैर जी सो ये फायदा जादू सीखण दा जो कि अंध विश्वास तो बाहर निकलन दी एक सोच जिहड़ी डिवेलप हुंदी है, बिल्कुल उस चीज़ ਨੂੰ ਮੈਂ ਪ੍ਰਮੋਟ ਕਰਨਾ ਚਾਹੁੰਦਾ। ਇੱਕ ਚੀਜ਼ ਹੋਰ ਦੇਖਦੇ ਆ ਆਪਾਂ ਜਦੋਂ ਆਪਾਂ ਪਿੰਡਾਂ ਦੀਆਂ ਅਕਸਰ ਮੈਂ ਖੁਦ ਵੀ ਦੇਖੀਆਂ, ਖੁਦ ਨਾਲ ਹੋਈ ਵੀ ਆ ਪਰਿਵਾਰਾਂ ਦੇ ਵਿੱਚ ਸਾਧ ਆਉਂਦੇ ਨੇ ਔਰ ਆ ਕੇ ਕਹਿੰਦੇ ਨੇ ਵੀ ਜਿੰਨਾ ਸੋਨਾ ਲਿਆਂਦਾ ਵੈ ਲਿਆਓ ਇਸ ਕੁੱਜੇ 'ਚ ਪਾ ਦਿਓ, ਕੁੱਜਾ ਬੰਨ੍ਹ ਦਿੰਦੇ ਨੇ, ਕੁੱਜਾ ਕਹਿੰਦੇ ਨੇ ਰੱਖ ਲਿਓ। ਫਿਰ 5 ਦਿਨ ਬਾਅਦ ਖੋਲ੍ਹਣਾ ਜਦ ਨੂੰ ਸਾਧ ਪਹੁੰਚ ਗਿਆ ਹੁੰਦਾ ਮੈਨੂੰ ਲੱਗਦਾ ਵੀ ਕਿਤੇ 3, 4, 5ਵੀਂ ਸਟੇਟ ਦੇ ਵਿੱਚ ਜਦੋਂ 5ਵੇਂ ਦਿਨ ਕੁੱਜਾ ਖੋਲ੍ਹਦੇ ਨੇ ਤਾਂ ਕੁੱਜੇ ਦੇ ਵਿੱਚੋਂ ਜਾਂ ਤਾਂ ਕੋਈ ਚੌਲਾਂ ਦੀ ਗੁੱਥੀ ਨਿਕਲਦੀ ਹੈ ਸੋਨੇ ਦੀ ਜਗ੍ਹਾ ਜਾਂ ਕੋਈ ਹੋਰ ਮਾੜਾ ਮੋਟਾ ਸਸਤਾ ਸਮਾਨ ਨਿਕਲਦਾ। ਇਸੇ ਤਰੀਕੇ ਦੇ ਨਾਲ ਕਈ ਵਾਰ ਸਾਨੂੰ ਕਾਗਜ਼ 'ਚ ਲਪੇਟ ਕੇ ਦੇ ਦਿੰਦੇ ਨੇ ਵੀ ਅੰਦਰ ਜਾਓ, ਜਾ ਕੇ 4 ਦਿਨ ਬਾਅਦ ਖੋਲ੍ਹਿਓ, ਫੁੱਲ ਆ ਜਾਂਦਾ ਕਈ ਵਾਰ, ਕਦੀ ਕੁਛ ਨਿਕਲ ਜਾਂਦਾ। ਉਹ ਚੀਜ਼ਾਂ ਵੀ ਇਹੀ ਟ੍ਰਿਕਸ ਹੁੰਦੀਆਂ ਸਾਰੀਆਂ। ਬਿਲਕੁਲ ਬਿਲकुल ਸਰ, ਸਭ ਟ੍ਰਿਕਸ ਹੀ ਕਰਦੇ ਨੇ ਔਰ ਜਿਹਦਾ ਮਕਸਦ ਤੁਹਾਡੇ ਸਰਮਾਏ ਨੂੰ ਠੱਗੀ ਮਾਰ ਕੇ ਲੁੱਟਣਾ। ਅੱਜ ਤੋਂ ਕਰਕੇ ਵੀ ਦੱਸ ਦਿਓ ਇੱਕ ਵਾਰ ਲੋਕਾਂ ਦੇ ਜਿਹੜੇ ਵਹਿਮ ਹੈ ਉਹ ਆਪਾਂ ਕੱਢਣਾ ਹੈ ਅੱਜ ਘੱਟੋ ਘੱਟ ਫਸਲ। ਮੈਂ
ਐਕਚੁਅਲੀ ਮੈਂ ਕਿ ਉਸ ਚੀਜ਼ ਦੇ ਲਈ ਹਾਲੇ ਤਿਆਰੀ ਨਹੀਂ ਸੀ ਕੀਤੀ। ਉਹਦਾ ਕਾਰਨ ਇਹ ਸੀਗਾ ਕਿ ਜਿੱਦਾਂ ਤੁਸੀਂ ਕਿਹਾ ਕਿ ਜੋ ਅੱਗੇ ਇੰਟਰਵਿਊ 'ਚ ਮੈਂ ਕੀਤਾ ਸੀਗਾ ਉਹ ਉਸ ਤੋਂ ਅਲੱਗ ਕੁਝ ਦਿਖਾਵਾਂ ਜੀ। ਤੇ ਦਿਖਾਓ ਜੋ ਤੁਹਾਡਾ ਤੋਂ ਅਲੱਗ ਦਿਖਾਓ ਜੋ ਦਿਖਾਉਣਾ। ਤੇ ਜੋ ਜਿਸ ਚੀਜ਼ ਦੀ ਤੁਸੀਂ ਗੱਲ ਕੀਤੀ ਨਾ ਕਿ ਬਾਬੇ ਇਦਾਂ ਦੇ ਕਾਗਜ਼ ਦੀ ਪੋਟਲੀ 'ਚ ਕੋਈ ਬੱਟਾ ਜਿਹਾ ਬਣ ਕੇ ਤੇ ਫਿਰ ਫੜਾਉਂਦੇ ਤਾਂ ਉਹਦੇ 'ਚ ਕੁਝ ਚੀਜ਼ ਨਿਕਲਦੀ ਸੀ। ਉਹ 2 ਦਿਨ ਪਹਿਲਾਂ ਹੀ ਇੱਕ ਹੋਰ ਚੈਨਲ ਆਏ ਸੀਗੇ ਮੇਰੇ ਕੋਲ ਤੇ ਉਹਨਾਂ ਨੂੰ ਮੈਂ ਉਸ ਇੰਟਰਵਿਊ 'ਚ ਉਹੀ ਚੀਜ਼ ਕਰਕੇ ਦਿਖਾ ਚੁੱਕਾ ਸੀਗਾ ਤੇ ਅੱਜ ਇਸੇ ਕਰਕੇ ਮੈਂ ਉਸ ਚੀਜ਼ ਦੀ ਤਿਆਰੀ ਨਹੀਂ ਸੀ ਕੀਤੀ। ਜੀ ਚਲੋ ਕੋਈ ਨਹੀਂ, ਤੁਸੀਂ ਅਲੱਗ ਚੀਜ਼ ਹੋਰ ਦਿਖਾ ਦਿਓ। ਆਪਾਂ ਐਂਟਰਟੇਨਮੈਂਟ ਵੀ ਕਰਨੀ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਪਾਉਣੀ ਵੀ ਹੈ ਵੀ ਅਜੇ ਵੀ ਮੌਕਾ, ਸੰਭਲ ਜਾਓ, ਨਾ ਫਸੋ ਇਹਨਾਂ ਜਿਹੜੇ ਠੱਗ ਪਖੰਡੀ ਸਾਧ ਜਿਹੜੇ ਬੈਠੇ ਨੇ। ਤਾਂ ਜਦ ਤੱਕ ਆਪਾਂ ਅੰਕਲ ਹੋਰਾਂ ਦੇ ਨਾਲ ਵੀ ਗੱਲ, ਅੰਕਲ ਜਿਵੇਂ ਇਹਨਾਂ ਨੇ ਦੱਸਿਆ ਵੀ ਸ਼ੁਰੂਆਤ ਦੇ ਵਿੱਚ ਵੀ ਮੈਂ ਇਸ ਪਾਸੇ ਪ੍ਰੋਫੈਸ਼ਨ ਦੇ ਪਾਸੇ ਆ ਗਿਆ ਸੀਗਾ, ਤਾਂ ਰਿਸ਼ਤੇਦਾਰ ਜਾਂ ਤੁਹਾਡੇ ਆਪਣੇ ਸਕੇ ਸੰਬੰਧੀ ਆਲੇ ਦੁਆਲੇ ਦਾ ਰਿਐਕਸ਼ਨ ਕੀ ਸੀਗਾ ਵੀ ਇਹ ਕਿਹੜੇ ਕੰਮੀ ਪੈ ਗਿਆ? ਪਹਿਲਾਂ ਬਿਜ਼ਨਸ ਤੁਹਾਡਾ ਹੋਰ ਪ੍ਰੋਫੈਸ਼ਨ 'ਚ ਆਇਆ ਨਾ, ਉਦੋਂ ਤੱਕ ਤਾਂ ਮੈਂ ਇਹਦੇ ਨਾਲ ਸੀ। ਉਸ ਤੋਂ ਪਹਿਲਾਂ ਤਾਂ ਮੈਂ ਹੀ ਨਹੀਂ ਇਹਨੂੰ ਕਰਨ ਦੇ ਰਿਹਾ ਸੀ, ਮੈਂ ਇਹਨੂੰ ਰੋਕਦਾ ਸੀ ਕਿਉਂਕਿ ਬਿਜ਼ਨਸ ਅੱਛਾ ਚੱਲ ਰਿਹਾ ਸੀ। तो मैं कहते भी आप की लेना इन्होंने चीज़ों छोटी छोटी आइटमों तो अपना काम बड़ा वधिया चल रहा, आप अच्छा कमा रहे हैं, क्या जरूरत है। पर जब बिजनेस लॉस होया उस तो बाद इन्हें इनू अपने शौक ਨੂੰ प्रोफैशन बनाया ਤਾਂ ਫਿਰ ਉਸ ਤੋਂ ਬਾਅਦ ਤਾਂ ਮੈਂ ਇਹਦਾ ਸਾਥ ਦੇ ਰਿਹਾ। ਅੱਛਾ, ਪਹਿਲਾਂ ਘਰ ਤੋਂ ਹੀ ਮਨਾ ਹੀ ਸੀ? ਹਾਂ, ਫਿਰ ਮੇਰੇ ਵੱਲੋਂ ਵੀ ਮਨਾ ਸੀ। ਅੱਛਾ ਮਨੋਜ ਜੀ, ਕੀਤੀ ਹੈ ਤਿਆਰੀ? ਫਿਰ ਅਗਲਾ ਦਿਖਾਓਗੇ ਟਰੈਕ ਨੈਕਸਟ? ਬੱਟਾ ਤਾਂ ਨਹੀਂ ਹੈ ਜੀ ਮੇਰੇ ਕੋਲ ਆ ਇੱਕ ਨਟ ਹੈ। ਨਟ ਪਿਆ, ਇੱਕ ਵਾਰੀ ਧਿਆਨ ਨਾਲ ਦੇਖ ਲਓ। ਇੱਕ ਕਾਗਜ਼ ਹੈ ਔਰ ਕਾਗਜ਼ ਦੇ ਉੱਤੇ ਇੱਕ ਨਟ ਪਿਆ। ਇਹਨੂੰ ਤੁਸੀਂ ਹੋਲਡ ਕਰ ਦਿਓ, ਇਹਦੇ ਚ ਗੁੱਚ-ਮੁੱਚ ਕਰਕੇ ਨਾ ਗੋਲੀ ਜੀ ਬਣਾ ਦਿਓ। ਨਹੀਂ ਇਹ ਇੱਥੇ ਨਹੀਂ ਰੱਖਣਾ ਜੀ, ਇਹਨੂੰ ਫੜੋ ਆਪਣੇ ਕੋਲ, ਇਹਨੂੰ ਪੂਰਾ ਐਨ ਗੁੱਚ-ਮੁੱਚ ਕਰੋ ਔਰ ਕਰ ਦਿੱਤਾ ਇਹ ਆਪਣੇ ਨਾਲ। ਇਹ ਮੰਨ ਲਓ ਜੀ ਇਹ ਤੁਹਾਡਾ ਗੱਲਾ ਹੈ ਜੀ, ਤੇ ਜਿੱਦਾਂ ਬਾਬੇ ਕਹਿੰਦੇ ਕਿ ਇਹਨੂੰ ਜਿੱਥੇ ਵੀ ਤੁਹਾਡਾ ਗੱਲਾ ਹੈ ਉੱਥੇ ਜਾ ਕੇ ਖੋਲੋ, ਤੇ ਤੁਸੀਂ ਇਹਦੇ ਉੱਪਰ ਇਹਨੂੰ ਰੱਖਤਾ ਜੀ, ਇਹਨੂੰ ਖੋਲੋ। ਕੀ ਬਾਤ ਹੈ ਜੀ। ਇਹ ਨਟ ਸੀਗਾ ਔਰ ਹੱਥ ਦੀ ਸਫਾਈ, ਟ੍ਰਿਕਸ, ਪ੍ਰੈਕਟਿਸ, ਮਿਹਨਤ ਔਰ ਇਹ ਕਾਜੂ ਨਟ ਪਾਇਆ ਸੀ ਕਾਗਜ਼ ਦੇ ਵਿੱਚ, ਉਹ ਕਾਜੂ ਬਣ ਗਿਆ। ਵੈਸੇ ਖਾ ਕੇ ਦੇਖ ਸਕਦੇ ਹੋ ਅਸਲੀ ਕਾਜੂ। ਅੱਛਾ, ਇਹ ਵੀ ਕਹਿਣਗੇ ਦਰਸ਼ਕ ਵੀ ਹੈ ਨਾ ਵੀ ਕੀ ਚੀਜ਼ ਕੀ ਹੈ ਇਹ। ਚਲੋ ਇਹ ਵੀ ਇੰਟਰਸਟ ਕਰ ਰਹੇ ਹੈ, ਵਾਕਈ ਓਰੀਜਨਲ ਜੀ ਹੈ। ਤੇ ਚਲੋ ਮੈਂ ਕਿਉਂਕਿ ਬਾਬੇ ਜ਼ਿਆਦਾਤਰ ਇਹ ਚਮਤਕਾਰ ਕਰਦੇ ਹੈ ਔਰ ਲੋਕ ਖਾਸ ਕਰ ਬੀਬੀਆਂ ਇਸ ਚਮਤਕਾਰ ਤੋਂ ਇੱਕਦਮ ਇੰਪ੍ਰੈਸ ਹੋ ਜਾਂਦੀਆਂ ਔਰ ਕਈ ਵਾਰ ਕਾਫੀ ਆਪਣਾ ਗਹਿਣਾ ਗੁਣਾ ਵੀ ਉਹਦੇ ਅੱਗੇ ਲਿਆ ਕੇ ਰੱਖ ਦਿੰਦੇ। ਤਾਂ ਉਹਨਾਂ ਦੇ ਇਸ ਫਰਾਡ ਦੇ ਵਿੱਚ ਨਾ ਆਓ। ਇਹ ਕਰਦੇ ਕਿੱਦਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ। ਹਾਂ ਚਲੋ ਇਹ ਆਪਾਂ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਆਮ ਜ਼ਿੰਦਗੀ ਦੇ ਵਿੱਚ ਸਾਡੇ ਫਾਇਦੇ ਦੇ ਵਿੱਚ ਆ ਸਕਦੀਆਂ ਨੇ। ਆ ਜੋ ਕਾਜੂ ਹੈ ਇਹਨੂੰ ਵਾਪਸ ਇਹਦੇ ਵਿੱਚ ਪਾ ਦਿੰਦੇ ਆ ਜੀ। ਤੇ ਐਕਚੁਅਲ ਦੇ ਵਿੱਚ ਕੀ ਹੈ ਕਿ ਮੇਰੇ ਕੋਲ 2 ਚੀਜ਼ਾਂ, 2 ਪੋਟਲੀਆਂ, ਇੱਕ ਦੇ ਵਿੱਚ ਕਾਜੂ ਪਾਇਆ ਹੋਇਆ, ਇਹ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੈ। ਔਰ ਬਾਬੇ ਜੋ ਕਰਦੇ ਹੈ, ਬਾਬੇ ਕੀ ਕਰਦੇ ਹੈ ਕਿ ਇੱਕ ਕਾਗਜ਼ ਦੇ ਵਿੱਚ ਗਲੀ ਦੇ ਵਿੱਚੋਂ ਕੋਈ ਰੋੜੀ ਚੱਕ ਕੇ ਉਹ ਰਖਵਾ ਦਿੰਦੇ ਹੈ ਤੇ ਉਹ ਤੁਹਾਨੂੰ ਕਹਿੰਦੇ ਕਿ ਇਹਨੂੰ ਇੱਦਾਂ ਗੁੱਚ-ਮੁੱਚ ਕਰਕੇ ਗੋਲੀ ਜੀ ਬਣਾਓ। ਤੇ ਉਦੋਂ ਤੱਕ ਆਪਣੇ ਝੋਲੇ ਦੇ ਵਿੱਚੋਂ ਉਹ ਪੋਟਲੀ ਕੱਢ, ਹਾਂ ਕਿਉਂਕਿ ਸਾਡਾ ਸਭ ਦਾ ਧਿਆਨ ਇਹਨੂੰ ਗੁੱਚ-ਮੁੱਚ ਕਰਨ ਦੇ ਵਿੱਚ ਹੈ। ਉਹ ਆਪਣੇ ਝੋਲੇ ਦੇ ਵਿੱਚੋਂ ਜਿਹਦੇ ਦੂਜੀ ਸੇਮ ਕਾਗਜ਼ ਦੀ ਦੂਜੀ ਪੁੜੀ ਜੀ ਕੱਢ ਲੈਂਦਾ ਜਿਹਦੇ ਵਿੱਚ ਉਹਨੇ ਕਾਜੂ ਜਾਂ ਕੋਈ ਵੀ ਚੀਜ਼, ਬਦਾਮ ਜਾਂ ਕੋਈ ਵੀ ਐਸੀ ਚੀਜ਼ ਪਾ ਕੇ ਰੱਖੀ ਹੁੰਦੀ ਹੈ ਔਰ ਉਹਨੂੰ ਇਸ ਤਰ੍ਹਾਂ ਉਂਗਲਾਂ ਦੇ ਵਿੱਚ ਇਸ ਜਗ੍ਹਾ ਤੇ ਲੁਕੋ ਕੇ ਰੱਖਦਾ ਹੈ। ਔਰ ਦੀ ਸਫਾਈ ਹੈ, ਤੁਹਾਨੂੰ ਸਿਖਾ ਵੀ ਰਹੇ ਆ ਬੱਚੇ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਐਂਟਰਟੇਨਮੈਂਟ ਕਰ ਸਕਦੇ ਹੋ ਤੁਸੀਂ। ਤੇ ਜਦੋਂ ਇੱਕ ਗੋਲੀ ਰੱਖ ਕੇ ਬੰਦਾ ਇਦਾਂ ਕਰਦਾ ਹੈ, ਬਾਬਾ ਕੀ ਕਰਦਾ ਹੈ, ਇਸ ਗੋਲੀ ਨੂੰ ਆਪਣੇ ਹੱਥ 'ਚ ਰੱਖ ਲੈਂਦਾ ਔਰ ਦੂਸਰੀ ਉਹ ਗੋਲੀ ਛੱਡ ਦਿੰਦਾ ਜਿਹਦੇ ਵਿੱਚ ਕਾਜੂ ਜਾਂ ਬਦਾਮ ਪਹਿਲਾਂ ਤੋਂ ਪਾ ਕੇ ਰੱਖਿਆ ਹੋਇਆ ਔਰ ਉਹ ਕਹਿੰਦੇ ਜੀ ਇਸ ਪੋਟਲੀ ਨੂੰ ਆਪਣੇ ਰਸੋਈ ਦੇ ਵਿੱਚ ਜਾ ਕੇ ਖੋਲੋ ਜਾਂ ਕਿਤੇ ਜਿੱਥੇ ਵੀ ਤੁਹਾਡਾ ਕੀਮਤੀ ਸਮਾਨ ਰੱਖਿਆ, ਗੱਲਾ ਵਗੈਰਾ, ਉੱਥੇ ਜਾ ਕੇ ਖੋਲੋ। ਤਾਂ ਆਬਵੀਅਸਲੀ ਜਦ ਤੱਕ ਹੁਣੇ ਚੇਂਜ ਹੋ ਚੁੱਕਾ ਹੈ। ਚੇਂਜ ਹੋ ਚੁੱਕਿਆ ਤੇ ਇਹ ਹੁੰਦਾ ਮਨੋਜ ਜੀ ਇਹਦਾ ਅਕਸਰ ਕਈ ਵਾਰ ਤਾਂ 500 ਦਾ ਨੋਟ ਵੀ ਵਿੱਚ ਗੁੱਛ-ਮੁੱਛ ਕਰਕੇ ਪਵਾ ਲੈਂਦੇ ਨੇ, ਫਿਰ 500 ਵਾਲਾ ਚਲਿਆ ਜਾਂਦਾ, ਜਿਹੜਾ ਖਾਲੀ ਠੀਕਰੀ ਪੱਥਰ ਹੈ ਉਹ ਫਿਰ ਰਹਿ ਜਾਂਦਾ ਇੱਥੇ। ਬਿਲਕੁਲ
ਤੇ ਹੁਣ ਇਹੀ ਚੀਜ਼ ਹੈ, ਇਹ ਮੰਨ ਲਓ ਤੁਹਾਡਾ ਸੋਨਾ ਮੈਂ ਡਬਲ ਕਰ ਦੂੰਗਾ ਜੀ। ਆ ਪੋਟਲੀ ਬਣਾਈ, ਗੱਲਾਂ ਗੱਲਾਂ ਦੇ ਵਿੱਚ ਹੀ ਪੋਟਲੀ ਚੇਂਜ ਹੋ ਗਈ। ਇਹਨੂੰ ਮਿੱਟੀ 'ਚ ਦੱਬ ਦਿਓ ਜੀ, ਤੇ ਆ ਗਮਲੇ ਦੇ ਵਿੱਚ ਦੱਬ ਦਿਓ। 2 ਦਿਨ ਬਾਅਦ ਜਾਂ 4 ਦਿਨ ਬਾਅਦ ਕੱਢਿਓ, ਇਹਨੂੰ ਕੱਢਣਾ, ਇਹ ਡਬਲ ਹੋ ਜਾਊਗਾ। ਹੁਣ ਜਦੋਂ ਤੁਸੀਂ ਉਹਨੂੰ ਖੋਲੋਗੇ ਤਾਂ ਅੰਦਰੋਂ ਲੋਹਾ ਨਿਕਲੇਗਾ ਜੀ, ਔਰ ਤੁਹਾਡਾ ਸੋਨਾ ਗਾਇਬ। ਸੋਨੇ ਨਾਲ ਹੀ ਚੱਲ ਜਾਂਦਾ ਸੋਨਾ ਤਾਂ ਬਾਬਾ ਲੈ ਕੇ ਫਾੜੀ ਹੋ ਗਿਆ ਜੀ। ਹਾਂ ਬਿਲਕੁਲ। ਇਹ ਚੀਜ਼ਾਂ ਤੁਹਾਨੂੰ ਐਂਟਰਟੇਨਮੈਂਟ ਦੇ ਨਾਲ ਨਾਲ ਤਾਂ ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਕਈ ਵਾਰ ਅਜਿਹੇ ਟ੍ਰਿਕਸ ਦੇ ਵਿੱਚ, ਉਹਨਾਂ ਪਖੰਡੀਆਂ ਦੇ ਟ੍ਰਿਕਸ ਦੇ ਵਿੱਚ ਫਸ ਜਾਂਦੇ ਆ। ਅੱਛਾ ਮਨੋਜ ਜੀ, ਇਸ ਤਾਸ਼ ਦੀ ਵੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਵੀ ਤਾਸ਼ ਬਹੁਤ ਜਲਦ ਇੱਕ ਵੱਡਾ ਕਾਰਨਾਮਾ ਕਰਕੇ ਦੱਸੇਗੀ। ਸਰ, ਇਹ ਦੁਨੀਆ ਦੀ ਸਭ ਤੋਂ ਪਤਲੀ ਤਾਸ਼ ਹੈ ਜੀ। ਅੱਛਾ ਜੀ। ਨਾਰਮਲ ਜੋ ਤਾਸ਼ ਹੈ ਉਹ ਲਗਭਗ ਇਹਦੀ ਮੋਟਾਈ ਜੋ ਹੁੰਦੀ ਹੈ ਟੋਟਲ 52-54 ਪੱਤਿਆਂ ਦੀ ਲਗਭਗ 16-17 mm ਹੁੰਦੀ ਹੈ। ਔਰ ਆ ਜੋ ਤਾਸ਼ ਹੈ ਇਹਦੀ ਕੁੱਲ ਚੌੜਾਈ ਹੈ ਜੋ 7.33 mm, ਯਾਨੀ ਕਿ ਅੱਧ ਨਾਲੋਂ ਵੀ ਘੱਟ ਹੈ। ਇਹ ਮੈਜੀਸ਼ੀਅਨਸ ਯੂਜ਼ ਕਰਨਗੇ ਫਿਰ ਇਹਨੂੰ ਕਰਦੇ ਨੇ ਜਾਂ? ਜੀ ਬਣਾਈ ਤਾਂ ਇਹ ਮੈਂ ਮੈਜੀਸ਼ੀਅਨਸ ਵਾਸਤੇ ਹੀ ਸੀ। ਉਹ ਕੀ ਟ੍ਰਿਕ ਕਰਦੇ ਉਹ ਨਹੀਂ ਮੈਂ ਇੱਥੇ ਡਿਸਕਲੋਜ਼ ਕਰ ਸਕਦਾ ਜੀ। ਤੇ ਲੇਕਿਨ ਜੋ ਸਭ ਤੋਂ ਪਤਲੀ ਤਾਸ਼ ਹੈ ਇਸ ਵੇਲੇ ਤੱਕ ਅਵੇਲੇਬਲ ਹੈ ਉਹ ਹੈ 10 mm ਦੀ। ਅੱਛਾ ਜੀ। ਔਰ ਮੈਂ ਜੋ ਇਹ ਤਾਸ਼ ਬਣਾਈ ਹੈ ਇਹ ਦੁਨੀਆ ਦੀ ਸਭ ਤੋਂ ਪਤਲੀ ਤਾਸ਼ ਹੈ। ਅੱਛਾ, ਇਹ ਫਿਰ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਕੀਤਾ ਇਹਦਾ ਜੀ। ਐਪਲੀਕੇਸ਼ਨ ਦਿੱਤੀ ਹੋਈ ਹੈ। ਹੁਣ ਦੇਖੋ ਜੇ ਅਪਰੂਵ ਹੁੰਦੀ ਹੈ, ਜੇ ਕੋਈ ਹੋਰ ਤਾਸ਼ ਉਹਨਾਂ ਦੇ ਮੂਹਰੇ ਕੋਈ ਨਾ ਹੋਈ ਤਾਂ ਫਿਰ ਇਹ ਗਿਨੀਜ਼ ਬੁੱਕ ਦੇ ਵਿੱਚ ਵੀ ਦਰਜ ਹੋ ਜਾਏਗੀ। ਅੱਛਾ ਮਨੋਜ ਜੀ, ਜਿੰਨਾ ਤੁਸੀਂ ਇੰਨੇ ਸਾਲਾਂ ਦੀ ਮਿਹਨਤ ਹੈ, ਸਿੱਖੇ ਹੋ, ਤੁਸੀਂ ਕਿਸੇ ਦੇ ਸਟੂਡੈਂਟ ਰਹੇ ਹੋਗੇ, ਅੱਗੇ ਨੌਜਵਾਨਾਂ ਦੇ ਵਿੱਚ ਕਹਿ ਲਈਏ ਜਾਂ ਇੱਦਾਂ ਦੇ ਢੋਂਗੀ ਪਖੰਡੀ ਕਦੇ ਇਹ ਵੀ ਆਉਂਦੇ ਨੇ ਸਿੱਖਣ ਤੁਹਾਡੇ ਕੋਲੋਂ, ਜਾਂ ਜਿਹੜੇ ਆਪਾਂ ਜਾਦੂਗਰ ਦੇਖਦੇ ਆ ਇਹ ਟ੍ਰਿਕਸ ਕਦੇ ਸਿੱਖਣ ਆਉਂਦੇ ਨੇ ਤੁਹਾਡੇ ਕੋਲ? ਸਰ, ਜਾਦੂਗਰ ਤਾਂ ਮੇਰੇ ਕੋਲ ਹੁਣ ਕਾਫੀ ਆਉਂਦੇ ਨੇ। ਔਰ 2015 ਦੇ ਵਿੱਚ ਮੈਂ ਮੈਨੂਫੈਕਚਰਿੰਗ ਔਰ ਟ੍ਰੇਡਿੰਗ ਸ਼ੁਰੂ ਕੀਤੀ ਸੀ ਇਹਦੀ। ਔਰ 2018 ਦੇ ਵਿੱਚ, ਯਾਨੀ ਕਿ 3 ਸਾਲਾਂ ਦੇ ਵਿੱਚ ਆਗਰੇ ਇੱਕ ਕਨਵੈਨਸ਼ਨ ਹੋਈ ਸੀ ਜਿਹਦੇ 'ਚ ਦੇਸ਼ ਭਰ ਦੇ ਜਾਦੂਗਰ ਇਕੱਠੇ ਹੋਏ ਸੀਗੇ। ਔਰ ਉੱਥੋਂ ਦੇ ਦੇਸ਼ ਭਰ ਦੇ ਮੈਜਿਕ ਡੀਲਰਸ ਨੇ ਆਪਣਾ ਸਟਾਲਸ ਵਗੈਰਾ ਲਗਾਏ ਸੀ, ਅਤੇ ਮੈਂ ਵੀ ਉੱਥੇ ਸਟਾਲ ਲਗਾਇਆ ਸੀ। ਔਰ ਉਸ ਕਨਵੈਨਸ਼ਨ ਦੇ ਵਿੱਚ ਐਸੇ ਡੀਲਰ ਵੀ ਸੀਗੇ ਜਿਹੜੇ ਜੱਦੀ ਪੁਸ਼ਤੀ ਇਹੀ ਕੰਮ ਕਰਦੇ ਆ ਰਹੇ ਸੀ। ਅੱਛਾ ਜੀ। ਔਰ ਉਹਨਾਂ ਸਭ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਮੈਨੂੰ ਬੈਸਟ ਮੈਜਿਕ ਡੀਲਰ ਦਾ ਅਵਾਰਡ ਮਿਲਿਆ 2018 ਦੇ ਵਿੱਚ। ਕੀ ਬਾਤ ਹੈ। ਸਿਰਫ 3 ਸਾਲ ਦੇ ਵਿੱਚ। ਅੱਛਾ ਜੀ। ਔਰ ਬਾਕੀ ਹੁਨਰਬਾਜ਼ ਦਾ ਜੋ ਰਿਹਾ ਉਹ ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ ਉਹ ਅਸੀਂ ਦੇਖਿਆ। ਮੈਂ ਸੈਮੀਫਾਈਨਲ ਤੱਕ ਪਰਫਾਰਮ ਕੀਤਾ ਉੱਥੇ। ਔਰ ਅੱਜ ਉਸ ਪਲੇਟਫਾਰਮ ਦੇ ਕਾਰਨ ਮੇਰੀ ਕਾਫੀ ਪਹਿਚਾਨ ਵੀ ਬਣੀ ਹੈ। ਤੇ ਬਾਕੀ ਜੋ ਗੁਰੂ ਦੀ ਗੱਲ ਕਰੋ ਤਾਂ ਫਿਜ਼ੀਕਲ ਰੂਪ ਦੇ ਵਿੱਚ ਤਾਂ ਮੇਰਾ ਕੋਈ ਗੁਰੂ ਨਹੀਂ ਹੈ। ਅੱਛਾ ਜੀ। ਇਹ ਆਪਣੇ ਆਪ ਹੀ ਤੁਸੀਂ ਸਾਰਾ ਪ੍ਰੈਕਟਿਸ ਦੇ ਨਾਲ ਹੀ ਸਿੱਖਿਆ? ਮੈਂ ਬੁੱਕਸ ਤੋਂ ਸ਼ੁਰੂਆਤ ਕੀਤੀ ਸੀਗੀ ਜੀ। ਅੱਛਾ ਜੀ। ਉਹ ਇੱਕ ਟਾਈਮ ਐਸਾ ਵੀ ਸੀਗਾ ਸੀ ਕੋਈ ਮਾਰਕੀਟ 'ਚ ਨਵੀਂ ਮੈਜਿਕ ਦੀ ਬੁੱਕ ਆਣੀ ਜਿਹਦੇ ਵਿੱਚ ਮੰਨ ਲਓ 100 ਜਾਦੂ ਹੈ ਸਿਖਾਏ ਹੋਏ, ਔਰ ਉਹਨਾਂ 'ਚੋਂ 99 ਮੈਨੂੰ ਆਉਂਦੇ ਹੈ। ਸਿਰਫ ਇੱਕ ਜਾਦੂ ਹੈ ਜਿਹੜਾ ਕਿ ਮੈਨੂੰ ਨਹੀਂ ਆਉਂਦਾ। ਉਹਦੇ ਚੱਕਰ 'ਚ ਕਿਤਾਬ ਉਸਦੇ ਸਿਰਫ ਇੱਕ ਜਾਦੂ ਦੇ ਲਈ ਵੀ ਮੈਂ ਉਹ ਪੂਰੀ ਕਿਤਾਬ ਖਰੀਦ ਲੈਣੀ। ਅੱਛਾ ਜੀ। ਔਰ ਉਹ ਕਿਤਾਬਾਂ ਪੜ੍ਹ ਕੇ ਹੀ ਮੈਂ ਅੱਗੇ ਸ਼ੁਰੂਆਤ ਹੋਈ। ਔਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਆਪਾਂ ਇੱਕ ਟਰੈਕ 'ਤੇ ਚੱਲਣ ਲੱਗ ਜਾਂਦੇ ਨਾ ਤਾਂ ਉਸ ਟਰੈਕ 'ਤੇ ਹੋਰ ਚੱਲਣ ਵਾਲੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ। ਜੀ। ਤੇ ਹੌਲੀ ਹੌਲੀ ਮੇਰਾ ਜਾਦੂਗਰਾਂ ਦੇ ਨਾਲ ਲਿੰਕ ਬਣਨਾ ਸ਼ੁਰੂ ਹੋ ਗਿਆ। ਫਿਰ ਜਾਦੂਗਰਾਂ ਦੇ ਨਾਲ ਕੁਛ ਉਹਨਾਂ ਨੂੰ ਸਿਖਾ ਦਿੱਤਾ, ਕੁਛ ਉਹਨਾਂ ਤੋਂ ਸਿੱਖ ਲਿਆ, ਉਹ ਸ਼ੇਅਰਿੰਗ ਹੁੰਦੀ ਗਈ। ਤੇ ਹੁਣ ਜਿਵੇਂ ਸਾਰਾ ਮੈਜੀਸ਼ੀਅਨ ਦਾ ਹੀ ਇੱਕ ਤੁਹਾਡੇ ਕੋਲ ਸਮਾਨ ਹੈਗਾ, ਇਹਦੀ ਵਿਕਰੀ ਫਿਰ ਕਿੱਥੇ ਪੰਜਾਬ 'ਚ ਹੈਗਾ ਇਹਦਾ ਵਿਕਰੀ ਦਾ ਸਕੋਪ, ਜਾਂ ਪੰਜਾਬ ਦੇ ਵਿੱਚ ਜਾਦੂਗਰ ਮੈਜੀਸ਼ੀਅਨਸ ਹੈਗੇ ਨੇ, ਜਾਂ ਫਿਰ ਕਿੱਥੇ ਕਰਦੇ ਹੋ ਐਕਸਪੋਰਟ ਇੰਪੋਰਟ ਇਹਨੂੰ ਸਾਰਾ ਸਮਾਨ ਆਉਂਦਾ ਜਾਂਦਾ? ਸਰ, ਇਹ ਆਲ ਓਵਰ ਇੰਡੀਆ ਮੈਂ ਸਪਲਾਈ ਕਰਦਾ ਜੀ। ਜਿੱਥੇ ਵੀ ਸਟੇਜ 'ਤੇ ਤੁਸੀਂ ਜਾਦੂਗਰ ਦੇਖ ਰਹੇ ਹੋ, ਜਾਦੂ ਦਿਖਾ ਰਿਹਾ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਸਮਾਨ ਮੇਰਾ ਬਣਾਇਆ ਹੋਇਆ ਯੂਜ਼ ਕਰ ਰਿਹਾ। ਅੱਛਾ। ਔਰ ਜੇ ਇਸ ਕੰਮ ਦੀ ਗੱਲ ਕਰੋ ਤਾਂ ਇਸ ਕੰਮ ਦੀ ਗੱਲ ਜੋ ਸ਼ੁਰੂਆਤ ਹੈ ਉਹ ਅੱਜ ਕੱਲ੍ਹ ਦਾ ਜੋ ਇੱਕ ਮੇਕ ਇਨ ਇੰਡੀਆ ਦਾ ਇੱਕ ਦੌਰ ਚੱਲਿਆ ਹੋਇਆ, ਉਹਦੇ ਲਈ ਬੜਾ ਅੱਛਾ ਇੱਕ ਐਗਜ਼ਾਮਪਲ ਹੈ ਮੇਰਾ। ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕਨਵੈਨਸ਼ਨ 'ਚ ਮੈਨੂੰ ਅਵਾਰਡ ਮਿਲਿਆ ਸੀ, ਉਸ ਤੋਂ ਪਹਿਲਾਂ ਜਦ ਮੈਂ ਡੀਲਰ ਨਹੀਂ ਸੀਗਾ, 2015 'ਚ ਮੈਂ ਡੀਲਰ ਬਣਿਆ,
ਜਦ ਮੈਂ ਡੀਲਰ ਜਾਂ ਮੈਨੂਫੈਕਚਰਿੰਗ ਦੇ ਵਿੱਚ ਨਹੀਂ ਸੀਗਾ, ਸਿਰਫ ਜਾਦੂਗਰ ਹੀ ਸੀਗਾ, ਤੇ ਮੈਂ ਐਜ਼ ਅ ਡੈਲੀਗੇਟ ਕਈ ਕਨਵੈਨਸ਼ਨਸ ਅਟੈਂਡ ਕੀਤੀਆਂ। ਤੇ ਇੱਕ ਕਨਵੈਨਸ਼ਨ ਦੇ ਵਿੱਚ ਇੱਕ ਡੀਲਰ ਔਰ ਇੱਕ ਮੈਜੀਸ਼ੀਅਨ ਆਪਸ ਦੇ ਵਿੱਚ ਕਿਸੇ ਆਈਟਮ ਦੇ ਲਈ ਬਾਰਗੇਨਿੰਗ ਕਰ ਰਹੇ ਸੀ। ਤੇ ਬਾਰਗੇਨਿੰਗ ਕਰਦੇ ਕਰਦੇ ਵਿੱਚ ਡੀਲਰ ਨੂੰ ਜੇ ਰੇਟ ਨਹੀਂ ਪੜਤੇ ਆਂਦਾ, ਉਹ ਨਾਰਮਲੀ ਮਨਾ ਕਰਨ ਦੀ ਬਜਾਏ ਨਾ ਉਹਨੇ ਕੁਝ ਐਸੀ ਗੱਲ ਕਹੀ ਜੋ ਕਿ ਐਜ਼ ਐਨ ਇੰਡੀਅਨ ਮੈਨੂੰ ਅੱਛੀ ਨਹੀਂ ਲੱਗੀ, ਕਿਉਂਕਿ ਉਸ ਦੇ ਡਾਇਲੌਗ ਦੇ ਵਿੱਚ ਉਹ ਇੰਡੀਆ ਦੀ ਬੇਇੱਜ਼ਤੀ ਕਰਦੇ ਹੋਏ ਉਹਨੇ ਗੱਲ ਕਹੀ ਕਿ ਵੀ ਚਾਈਨਾ ਤੋਂ ਜਿਸ ਭਾਅ ਮੈਂ ਲੈ ਕੇ ਆਉਣਾ ਹੈ ਔਰ ਲਿਆ ਕੇ ਜਿਸ ਭਾਅ ਮੈਂ ਵੇਚਦਾ ਹੈ, ਇੰਡੀਆ ਵਾਲੇ ਉੱਥੇ ਤੱਕ ਦਾ ਵੀ ਜ਼ੋਰ ਲਗਾ ਲੈਣ, ਇਸ ਭਾਅ ਉਹਨਾਂ ਨੂੰ ਪੜਤੇ ਨਹੀਂ ਆ ਸਕਦੀ ਜਿਸ ਭਾਅ ਮੈਂ ਵੇਚ ਰਿਹਾ। ਅੱਛਾ ਜੀ। ਹੁਣ ਉੱਥੇ ਤੱਕ ਦਾ ਜ਼ੋਰ, ਕੁਝ ਸ਼ਬਦ ਸੀਗੇ ਅਬਿਊਸਿਵ ਲੈਂਗੁਏਜ ਸੀਗੀ, ਤੇ ਜੋ ਕਿ ਮੈਂ ਯੂਜ਼ ਨਹੀਂ ਕਰ ਸਕਦਾ, ਨਾ ਮੇਰੀ ਉਹ ਆਦਤ ਹੈ ਉਸ ਤਰ੍ਹਾਂ ਦੇ ਸ਼ਬਦ, ਤਾਂ ਤੁਸੀਂ ਸਮਝ ਸਕਦੇ ਹੋ ਕੀ ਚੀਜ਼ ਕਹੀ ਹੋਏਗੀ। ਤੇ ਉਹ ਗੱਲ ਕਹਿਣੀ ਮੈਨੂੰ ਅੰਦਰ ਤੱਕ ਖਟਕ ਗਈ। ਤੇ ਜਿਸ ਆਈਟਮ ਬਾਰੇ ਉਹ ਇਹ ਗੱਲ ਕਰ ਰਹੇ ਸੀਗੇ, ਉਸ ਆਈਟਮ ਦੇ ਬਾਰੇ ਮੈਂ ਥੋੜਾ ਮਾਰਕੀਟ ਸਟੱਡੀ ਕੀਤਾ ਵੀ ਇਹ ਕਿੱਦਾਂ ਬਣ ਸਕਦੀ ਹੈ, ਜਾਂ ਪਤਾ ਲੱਗਿਆ ਵੀ ਇਹ ਇੰਡੀਆ 'ਚ ਉਹਦੀ ਮਸ਼ੀਨਰੀ ਅਵੇਲੇਬਲ ਨਹੀਂ ਹੈ, ਚਾਈਨਾ ਤੋਂ ਜਾਂ ਹੋਰ ਬਾਹਰਲੇ ਦੇਸ਼ਾਂ ਤੋਂ। ਤੇ ਸਭ ਤੋਂ ਸਸਤੀ ਮਸ਼ੀਨ ਉਸ ਵੇਲੇ ਚਾਈਨਾ ਦੀ ਸੀ, ਜੋ ਕਿ ਇੱਥੇ ਇੰਪੋਰਟ ਕਰਕੇ 12 ਕੁ ਲੱਖ ਰੁਪਏ ਦੀ ਪੈਂਦੀ ਸੀ। ਅੱਛਾ ਜੀ। ਔਰ ਉਸ ਵੇਲੇ ਬਿਜ਼ਨਸ ਦੇ ਵਿੱਚ ਲਾਸਿਸ ਦੇ ਕਾਰਨ ਪੂੰਜੀ ਆਪਣੇ ਕੋਲ ਸੀਗੀ ਨਹੀਂ ਜੀ। ਲੇਕਿਨ ਉਹ ਹੱਥ ਖੜੇ ਕਰਨ ਦੀ ਬਜਾਏ ਮੈਂ ਉਹਦੇ ਬਾਰੇ ਹੋਰ ਸਟੱਡੀ ਕੀਤਾ ਕਿ ਮਸ਼ੀਨ ਵਰਕਿੰਗ ਕਰਦੀ ਕੀ ਹੈ। ਉਹਦੇ ਵਰਕਿੰਗ ਪ੍ਰਿੰਸੀਪਲ ਨੂੰ ਸਮਝਦੇ ਹੋਏ ਮੈਂ ਇੱਕ ਜੁਗਾੜ ਟਾਈਪ ਮਸ਼ੀਨ ਆਪਣੇ ਅੰਦਰ ਬਣਾਈ, ਆਪੇ ਤਿਆਰ ਕਰ ਲਈ। फ़र्क ये सीगा कि मेरी मशीन जो है वो 2 बॉल बनाती सी एट ए टाइम, और चाइना दी मशीन जो सी वो एट ए टाइम 6 पीस बनाती सी। अच्छा जी। तो लेकिन शुरुआत वास्ते मेरे लिए वो प्रोडक्शन भी काफ़ी सी, और विदिन 6 मंथ मैं मार्केट ਦੇ ਵਿੱਚ ਉਹ ਰੇਟ ਕੱਢ ਦਿੱਤਾ ਕਿ ਜੋ ਰੇਟ ਕੋਈ ਇੰਪੋਰਟਰ ਚਾਈਨਾ ਜਾ ਕੇ ਬਾਰਗੇਨ ਕਰਕੇ ਉੱਥੋਂ ਖਰੀਦੇਗਾ ਉਸ ਤੋਂ ਵੀ ਘੱਟ ਰੇਟ ਉਹ ਤੁਹਾਨੂੰ ਇੱਥੇ ਮਿਲਣਾ ਸ਼ੁਰੂ ਹੋ ਜਾਊਗਾ। ਯਾਨੀ ਕਿ ਉੱਥੋਂ ਖਰੀਦ ਕੇ ਤੁਸੀਂ ਉੱਤੇ ਕਸਟਮ ਦਾ ਖਰਚਾ, ਸ਼ਿਪਿੰਗ ਦਾ ਖਰਚਾ ਪਾਓਗੇ, ਕਸਟਮ ਡਿਊਟੀ ਵਗੈਰਾ ਦਾ ਖਰਚਾ ਪਾਓਗੇ, ਫਿਰ ਆਪਣਾ ਪ੍ਰੋਫਿਟ ਲਓਗੇ, ਫਿਰ ਜਾ ਕੇ ਵੇਚੋਗੇ। ਮੈਂ ਤੁਹਾਡਾ ਸ਼ਿਪਿੰਗ ਦਾ ਖਰਚਾ, ਕਸਟਮ ਦੇ ਖਰਚੇ ਸਭ ਬਚਾਤੇ। ਮੈਂ ਚਾਈਨਾ ਦੇ ਨਾਲ, ਚਾਈਨਾ ਦੇ ਅੰਦਰ ਦੇ ਰੇਟ ਨਾਲੋਂ ਵੀ ਲਗਭਗ ਹਾਫ ਰੇਟ ਤੱਕ ਵੀ ਉਹ ਆਈਟਮ ਨੂੰ ਵੇਚਿਆ। ਤੇ ਹੁਣ ਕੁਝ ਲੋਕ ਜੋ ਕਈ ਵਾਰ ਮੈਨੂੰ ਮਾਰਕੀਟ 'ਚ ਕਈ ਅਲੱਗ-ਅਲੱਗ ਇੰਡਸਟਰੀ ਦੇ ਲੋਕ ਮਿਲਦੇ ਆ ਕਿ ਅਸੀਂ ਚਾਈਨਾ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਮੈਂ ਕਹਿੰਦਾ ਜੀ ਕਰ ਸਕਦੇ ਹਾਂ, ਸਿਰਫ ਜਜ਼ਬਾ ਚਾਹੀਦਾ। ਬਿਲਕੁਲ। ਅੱਜ ਦੀ ਡੇਟ 'ਚ ਚਾਈਨਾ ਦਾ ਜੋ RMB ਹੈ ਉਹ ਲਗਭਗ 13 ਰੁਪਏ ਦਾ ਹੈ, ਯਾਨੀ ਕਿ ਹਿੰਦੁਸਤਾਨ ਨਾਲੋਂ ਉਹਨਾਂ ਦੀ ਇਕਨੋਮੀ 13 ਗੁਣਾ ਮਹਿੰਗੀ ਹੈ। ਸਾਡੀ ਇਕਨੋਮੀ ਉਹਨਾਂ ਦੇ ਨਾਲੋਂ 13 ਗੁਣਾ ਸਸਤੀ ਹੋਣ ਦੇ ਬਾਵਜੂਦ ਸਾਡੀ ਇੰਡਸਟਰੀ ਕਿਉਂ ਨਹੀਂ ਗਰੋ ਕਰ ਪਾ ਰਹੀ? ਕਿਉਂਕਿ ਇੱਥੇ ਜੋ ਵੱਡੇ ਵਪਾਰੀ ਆ ਉਹ ਛੋਟੇ ਵਪਾਰੀ ਨੂੰ ਜੈਨੂਇਨ ਰੇਟ ਤੇ ਮਾਲ ਨਹੀਂ, ਉਹ ਮੋਟੇ ਅੱਜ ਵੀ ਉਹਨਾਂ ਨੂੰ ਮੋਟੇ ਪ੍ਰੋਫਿਟ ਖਾਣ ਦੀ ਆਦਤ ਪਈ ਹੋਈ ਹੈ। ਆਪਣਿਆਂ ਦੇ ਹੀ ਇੱਕ ਹਿਸਾਬ ਨਾਲ ਰਗੜਨ ਤੇ ਲੱਗੇ। ਈਵਨ ਕਿ ਕਈ ਆਈਟਮਾਂ ਦੇ ਵਿੱਚ ਮੈਂ ਦੇਖਦਾ ਜੀ, ਲੁਧਿਆਣਾ ਹੈ ਜੋ ਸਟੀਲ ਇੰਡਸਟਰੀ ਦੇ ਵਿੱਚ ਕਾਫੀ ਅੱਗੇ ਹੈ, ਕਈ ਮਸ਼ੀਨ ਪਾਰਟ, ਸਾਈਕਲ ਇੰਡਸਟਰੀ ਇੱਥੇ ਕਾਫੀ ਹੈ। ਲੋਕਲ ਇੰਡਸਟਰੀ ਨੂੰ ਸਟੀਲ ਮਹਿੰਗਾ ਮਿਲ ਰਿਹਾ, ਔਰ ਉਹੀ ਸਟੀਲ ਉਹੀ ਸਪਲਾਇਰ ਕੰਪਨੀਆਂ ਐਕਸਪੋਰਟ ਕਰ ਰਹੀਆਂ ਸਸਤਾ। ਬਿਲਕੁਲ ਬਿਲਕੁਲ। ਤਾਂ ਇਹ ਤਰਾਸਦੀ ਵੀ ਕਹਿ ਸਕਦੇ ਆਪਾਂ, ਆਪਣੇ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਵੱਢਣ ਦੇ ਉੱਤੇ ਲੱਗੇ ਆ। ਅੱਛਾ ਮਨੋਜ ਜੀ, ਤੁਹਾਡੀ ਜ਼ਿੰਦਗੀ ਦੇ ਉੱਤੇ ਵਾਪਸ ਆਉਂਦੇ ਆ। ਅੱਛਾ, ਫੈਮਿਲੀ ਦੇ ਵਿੱਚ ਤੁਹਾਡੇ ਬੱਚੇ, ਤੁਹਾਡੀ ਵਾਈਫ, ਉਹਨਾਂ ਦਾ ਕੀ ਰਿਐਕਸ਼ਨ ਸੀਗਾ ਜਦੋਂ ਤੁਸੀਂ ਇਸ ਪਾਸੇ ਨੂੰ ਆਏ? ਰਿਐਕਸ਼ਨ ਤਾਂ ਉਹਨਾਂ ਵੱਲੋਂ ਤਾਂ ਇੰਨਾ ਨਹੀਂ ਸੀਗਾ, ਲੇਕਿਨ ਮੇਨ ਰਿਐਕਸ਼ਨ ਕੀ ਸੀਗਾ ਕਿ ਜਦੋਂ ਮੈਂ ਇਸ ਪ੍ਰੋਫੈਸ਼ਨ ਨੂੰ ਬਿਜ਼ਨਸ ਦੇ ਲਾਸਿਸ ਦੇ ਬਾਅਦ ਆਪਣੀ ਜ਼ਿੰਦਗੀ 'ਚ ਸ਼ੁਰੂਆਤ ਕੀਤੀ, ਤਾਂ ਅਸੀਂ ਸ਼ੁਰੂਆਤ ਤੋਂ ਹੀ ਇੰਡਸਟਰੀਲਿਸਟ ਰਹੇ ਹਾਂ, ਔਰ ਐਸੀ ਇੰਡਸਟਰੀ ਦੇ ਵਿੱਚ ਰਹੇ ਕਿ ਕੋਈ ਮਤਲਬ ਕਾਰਪੋਰੇਟਸ ਦੇ ਰੂਪ 'ਚ ਗਿਣੇ ਜਾਂਦੇ ਸੀਗੇ। ਤੇ ਔਰ ਮੇਰੇ ਸਾਰੇ ਰਿਸ਼ਤੇਦਾਰ ਵੀ ਅੱਛੇ ਇੰਡਸਟਰੀਲਿਸਟ ਫੈਕਟਰੀਆਂ ਵਾਲੇ ਨੇ। ਤੇ ਹੁਣ ਮੈਂ ਜਦੋਂ ਇਹ ਕੰਮ ਨੂੰ ਸ਼ੁਰੂਆਤ ਕੀਤੀ ਤਾਂ ਕੁਝ ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਯਾਰ ਇਹ ਕੀ ਕੰਮ ਕਰ ਰਹੇ ਆ, ਮਦਾਰੀਆਂ ਵਾਲੇ ਕੰਮ, ਆਪਣਾ ਕੋਈ ਸ਼ੋਭਾ ਦਿੰਦੇ ਆ ਕੰਮ। ਲੇਕਿਨ ਮੇਰੇ ਕੋਲ ਦਿੱਕਤ ਇਹ ਸੀ ਕਿ ਪੂੰਜੀ ਖਤਮ ਹੋ ਚੁੱਕੀ ਸੀ ਬਿਜ਼ਨਸ ਦੇ ਲਾਸਿਸ ਦੇ ਕਾਰਨ, ਤੇ ਔਰ ਕੁਝ ਵੀ ਨਵਾਂ ਕੰਮ ਕਰਨ ਲਈ ਪੂੰਜੀ ਚਾਹੀਦੀ ਹੈ ਜੋ ਪੱਲੇ ਹੈ ਨਹੀਂ।
ਨੌਕਰੀਆਂ ਵੀ ਮੈਂ ਕੀਤੀਆਂ, ਲੇਕਿਨ ਨੌਕਰੀ ਦੇ ਵਿੱਚ ਵੀ ਜੋ ਘਰ ਦੇ ਖਰਚੇ ਸੀਗੇ ਉਹ ਪੂਰੇ ਨਹੀਂ ਸੀ ਪੈਂਦੇ। ਤੇ ਫਿਰ ਮੈਂ ਟਰਾਇਲ ਦੇ ਰੂਪ 'ਚ ਇੱਕ ਇਸ ਕੰਮ ਦੇ ਵਿੱਚ ਅੱਗੇ ਸ਼ੁਰੂਆਤ ਕੀਤੀ। ਉਹ ਵੀ ਇਸ ਤਰ੍ਹਾਂ ਕਿ ਮੇਰੇ ਇੱਕ ਫਰੈਂਡ ਸੀਗੇ ਜਿਨ੍ਹਾਂ ਨੇ ਇੱਕ ਸ਼ੋਅ ਪਕੜ ਲਿਆ ਸੀਗਾ ਜਿਹਦੇ 'ਚ ਕਲੋਜ਼ ਅਪ ਮੈਜਿਕ ਕਰਨਾ ਸੀਗਾ। ਅੱਛਾ ਜੀ। ਔਰ ਉਹਨਾਂ ਨੇ ਸ਼ੋਅ ਪਕੜ ਤਾਂ ਲਿਆ, ਲੇਕਿਨ ਉਹ ਮਾਸਟਰ ਸੀਗੇ ਸਟੇਜ ਮੈਜਿਕ ਦੇ। ਕਲੋਜ਼ ਅਪ ਮੈਜਿਕ ਦੇ ਵਿੱਚ ਉਹ ਇੰਨੇ ਹੁਨਰਮੰਦ ਨਹੀਂ ਸੀਗੇ। ਤੇ ਔਰ ਕੁਦਰਤੀ ਕਿਸੇ ਇੱਕ ਉਹਨਾਂ ਦੇ ਨਾਲ ਮੇਰੀ ਬਾਜ਼ਾਰ 'ਚ ਮੁਲਾਕਾਤ ਹੋਈ। ਮੈਨੂੰ ਦੇਖਦੇ ਹੀ ਉਹਨਾਂ ਨੂੰ ਇੱਕਦਮ ਦਿਮਾਗ 'ਚ ਆਇਆ ਕਿ ਵੀ ਕਲੋਜ਼ ਅਪ ਮੈਜਿਕ ਦੇ ਵਿੱਚ ਮੈਂ ਉਹਨਾਂ ਨਾਲ ਕਾਫੀ ਐਕਸਪਰਟ ਹੈ। ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਪ੍ਰੋਗਰਾਮ ਫੜਿਆ ਹੈ, ਤੂੰ ਕਰੇਂਗਾ? ਚਲੋ ਉਹਨਾਂ ਨਾਲ ਜੋ ਵੀ ਮੇਰੇ ਰੇਟ ਦੀ ਸੈਟਿੰਗ ਸੀਗੀ ਹੋ ਗਈ। ਮੈਂ ਕਿਹਾ ਚਲੋ ਮੈਂ ਕਰ ਦੂੰਗਾ। ਔਰ ਜਿਸ ਜਗ੍ਹਾ ਉਹ ਪ੍ਰੋਗਰਾਮ ਕਰਨਾ ਸੀਗਾ ਚੰਡੀਗੜ੍ਹ ਦੇ ਵਿੱਚ, ਤੇ 1 ਮਹੀਨੇ ਦਾ ਪੂਰਾ ਪ੍ਰੋਗਰਾਮ ਸੀਗਾ। ਔਰ ਉੱਥੇ ਰੈਸਟੋਰੈਂਟ ਵਾਲਿਆਂ ਨੂੰ ਮੇਰਾ ਕੰਮ ਇੰਨਾ ਕੁ ਪਸੰਦ ਆਇਆ ਕਿ ਉਹਨਾਂ ਨੇ ਉਸ 1 ਮਹੀਨੇ ਨੂੰ ਹੋਰ ਅੱਗੇ ਐਕਸਟੈਂਡ ਕਰਤਾ, 1 ਮਹੀਨਾ ਹੋਰ। ਤੇ ਫਿਰ ਉਸ ਪ੍ਰੋਗਰਾਮ ਤੋਂ ਬਾਅਦ ਜਦੋਂ ਮੈਂ ਕੁਝ ਅੱਛੀ ਰਕਮ ਘਰ ਲੈ ਕੇ ਆਇਆ, ਫਿਰ ਮਨ 'ਚ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਸੇ ਕੰਮ ਨੂੰ ਪ੍ਰੋਫੈਸ਼ਨਲ ਤਿਆਰ ਕਰੀਏ। ਔਰ ਕੁਝ ਦੇਰ ਕੀਤਾ ਵੀ, ਤਾਂ ਲੇਕਿਨ ਉਹ ਰਿਸ਼ਤੇਦਾਰਾਂ ਦੀ ਜੋ ਇੱਕ ਟੌਂਟਬਾਜੀ ਸੀਗੀ ਜਿਹਦੇ ਕਰਕੇ ਫੈਮਿਲੀ ਦੇ ਵਿੱਚ ਇੱਕ ਓਬਵੀਅਸਲੀ ਕਿਸੇ ਵੀ ਬੱਚੇ ਨੂੰ ਅੱਛਾ ਨਹੀਂ ਲੱਗੇਗਾ ਜਦੋਂ ਉਹਦੇ ਫਾਦਰ ਬਾਰੇ ਕੋਈ ਰਿਸ਼ਤੇਦਾਰ ਇਦਾਂ ਗੱਲ ਕਰੇ, ਯਾਰ ਤੇਰਾ ਪਿਓ ਕੀ ਕੰਮ ਕਰ ਰਿਹਾ। ਤਾਂ ਹੁਣ ਬੱਚੇ ਅਸੀਂ ਆਪਣੇ ਬੱਚੇ ਨੂੰ ਤਾਂ ਕੋਈ ਕੰਮ ਤੋਂ ਰੋਕਣਾ ਹੋਵੇ ਆਪਾਂ ਡਾਂਟ ਵੀ ਦੇਵਾਂਗੇ ਜਾਂ ਕਦੇ ਕਦੇ ਥੋੜਾ ਸਖਤੀ ਨਾਲ, ਕਿਉਂਕਿ ਹਿੰਦੁਸਤਾਨ ਦਾ ਕਲਚਰ ਹੈ ਆਪਾਂ ਇੱਕ ਅੱਧੀ ਲਗਾ ਵੀ ਦਿੰਨੇ, ਲੇਕਿਨ ਬੱਚੇ ਵੱਡਿਆਂ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ। ਤਾਂ ਹੁਣ ਉਹ ਬੱਚੇ ਨੂੰ ਉਹ ਫੀਲ ਹੋ ਰਿਹਾ ਕਿ ਲੋਕ ਮੇਰੇ ਫਾਦਰ ਬਾਰੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈ। ਤਾਂ 1-2 ਵਾਰ ਤਾਂ ਉਹ ਜਵਾਬ ਦੇ ਦੇਗਾ ਲੋਕਾਂ ਦੀ ਕਹੀ ਗੱਲ ਤੇ, ਲੇਕਿਨ ਜਦੋਂ ਉਹ ਚਾਰੋਂ ਪਾਸੋਂ ਔਰ ਬਾਰ-ਬਾਰ ਉਹ ਚੀਜ਼ ਰਿਪੀਟ ਹੋਵੇ ਤਾਂ ਓਬਵੀਅਸਲੀ ਕਿਤੇ ਨਾ ਕਿਤੇ ਆ ਕੇ ਉਹ ਕਹੇਗਾ ਕਿ ਪਾਪਾ ਇਹ ਕੰਮ ਨੂੰ ਛੱਡ ਹੀ ਦਿਓ। ਤਾਂ ਹੁਣ ਉਸ ਮੇਰੇ ਕੋਲ ਕੋਈ ਹੱਲ ਨਹੀਂ ਸੀਗਾ ਕਿ ਕਰਨਾ ਹੈ ਤਾਂ ਵੀ ਇਹੀ ਕੰਮ ਕਰਨਾ, ਨਹੀਂ ਕਰਨਾ ਤਾਂ ਵੀ ਇਹੀ ਕੰਮ ਕਰਨਾ, ਕਿਉਂਕਿ ਹੋਰ ਕਿਸੇ ਵੀ ਕੰਮ ਨੂੰ ਕਰਨ ਲਈ ਜੋ ਪੂੰਜੀ ਚਾਹੀਦੀ ਆਪਣੇ ਕੋਲ ਨਹੀਂ ਸੀ। ਤਾਂ ਇੱਕ ਮੈਂ ਪਲੇਟਫਾਰਮ ਕੋਈ ਐਸਾ ਸੋਚ ਰਿਹਾ ਸੀਗਾ ਜਿੱਥੇ ਕਿ ਮੈਂ ਜੋ ਮੇਰੇ ਆਲੇ ਦੁਆਲੇ, ਮੇਰੇ ਕੰਮ ਦੇ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ ਇੱਕ ਸ਼ੋਰ ਹੈ, ਇੱਕ ਨੈਗੇਟਿਵ ਵੇ 'ਚ ਕਿ ਵੀ ਇਹ ਕੀ ਕੰਮ ਹੈ, ਵੀ ਕੋਈ ਐਸਾ ਸ਼ੋਰ ਕ੍ਰੀਏਟ ਕਰਾਂ ਜਿਹੜਾ ਕਿ ਇਸ ਸ਼ੋਰ ਦੇ ਤੋਂ ਜ਼ਿਆਦਾ ਵੱਡਾ ਸ਼ੋਰ ਹੋਵੇ ਮੇਰੇ ਕੰਮ ਦੇ ਪ੍ਰਤੀ ਤਾਰੀਫ ਦੇ ਰੂਪ 'ਚ, ਤਾਂ ਕਿ ਵੱਡੇ ਸ਼ੋਰ ਦੇ ਮੂਹਰੇ ਉਹ ਛੋਟਾ ਸ਼ੋਰ ਦਬ ਜਾਏ। ਤਾਂ ਜਦੋਂ ਹੁਨਰਬਾਜ਼ ਦੇ ਬਾਰੇ ਆਡੀਸ਼ਨ ਦੀ ਗੱਲਬਾਤ ਪਤਾ ਚੱਲੀ ਕਿ ਵੀ ਆਡੀਸ਼ਨਸ ਹੋ ਰਹੇ ਹੈ, ਤਾਂ ਮੈਂ ਸੋਚਿਆ ਕਿ ਚਲੋ ਟਰਾਈ ਕਰਦੇ ਹਾਂ। ਇੱਕ ਅੱਧਾ ਰਾਊਂਡ ਵੀ ਜੇ ਆਪਾਂ ਟੀਵੀ ਤੇ ਆ ਗਏ ਤਾਂ ਕਾਫੀ ਫਰਕ ਪਏਗਾ। ਮੈਂ ਕੁਦਰਤੀ ਸਾਇਲੈਂਟ ਆਡੀਸ਼ਨ ਜੋ ਹੋਏ ਜਿਹੜੇ ਕਿ ਟੀਵੀ ਤੇ ਨਹੀਂ ਆਉਂਦੇ, ਉਹਨਾਂ ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ। ਔਰ ਟੈਲੀਵਿਜ਼ਨ ਰਾਊਂਡ ਤੇ ਜਦੋਂ ਮੈਂ ਮੁੰਬਈ ਗਿਆ, ਆਡੀਸ਼ਨ ਜੋ ਤਿੰਨੋਂ ਜੱਜਿਸ ਦੇ ਅੱਗੇ ਆਡੀਸ਼ਨ ਹੋਏ, ਮਿਥੁਨ ਜੀ ਔਰ ਪਰਿਨੀਤੀ ਚੋਪੜਾ, ਕਰਨ ਜੋਹਰ, ਉਸ ਆਡੀਸ਼ਨ ਦੇ ਵਿੱਚ ਮਿਥੁਨ ਚੱਕਰਵਰਤੀ ਜੀ ਵੱਲੋਂ ਮੈਨੂੰ ਸਟੈਂਡਿੰਗ ਓਵੇਸ਼ਨ ਮਿਲੀ ਔਰ ਬਾਕੀ ਦੋਨੋਂ ਜੱਜਿਸ ਨੇ ਵੀ ਮੇਰੇ ਮੈਜਿਕ ਨੂੰ ਐਪਰੀਸ਼ੀਏਟ ਕੀਤਾ। ਤਾਂ ਇੱਕ ਉਮੀਦ ਬਣੀ ਕਿ ਫਿਰ ਤਦ ਵੀ ਮੈਨੂੰ ਇਹ ਸੀਗਾ ਕਿ ਸ਼ਾਇਦ ਇੱਕ ਅੱਧਾ ਰਾਊਂਡ ਹੋਰ ਮੈਂ ਅੱਗੇ ਚਲਾ ਜਾਊਂਗਾ, ਉਸ ਤੋਂ ਬਾਅਦ ਤਾਂ ਐਲੀਮੀਨੇਸ਼ਨ ਪੱਕੀ ਹੈ, ਕਿਉਂਕਿ ਮੇਰੇ ਤੋਂ ਉੱਪਰ ਵੀ ਬਹੁਤ ਵੱਡੇ ਵੱਡੇ ਜਾਦੂਗਰ ਬੈਠੇ ਨੇ ਤੇ ਵੀ ਇੰਨੇ ਵੱਡੇ ਆਪਾਂ ਤੋਪ ਤਾਂ ਹੈ ਨਹੀਂ। ਲੇਕਿਨ ਉਮੀਦ ਨਹੀਂ ਸੀ ਕਿ ਮੈਂ ਸੈਮੀ ਫਾਈਨਲ ਤੱਕ ਵੀ ਪਹੁੰਚ ਜਾਊਂਗਾ। ਮੈਂ ਇੱਕ ਅੱਧੇ ਰਾਊਂਡ ਦੀ ਉਮੀਦ ਕਰ ਰਿਹਾ ਸੀ ਔਰ ਮੈਂ ਉੱਥੇ 12 ਐਪੀਸੋਡ ਕਰਕੇ ਆਇਆ। ਸੋ ਇਹ ਕਿਤੇ ਨਾ ਕਿਤੇ ਉਹ ਚੀਜ਼ ਬੜੀ ਪੋਜ਼ਿਟਿਵ ਗਈ, ਉਹਨੇ ਸਾਰਾ ਕੁਝ ਬਦਲ ਦਿੱਤਾ। ਆਪਾਂ ਇੰਟਰਵਿਊ ਨੂੰ ਥੋੜਾ ਬਾਈਂਡ ਅਪ ਵਾਲੇ ਪਾਸੇ ਲੈ ਕੇ ਜਾਵਾਂਗੇ। ਮੈਂ ਚਾਹੂੰਗਾ ਜੇ 2 ਹੋਰ ਟ੍ਰਿਕਸ ਤੇ ਦਿਖਾ ਸਕਦੇ ਹੋ, ਕਿਉਂਕਿ ਬੱਚੇ, ਮੈਨੂੰ ਉਮੀਦ ਹੈ ਵੀ ਬੱਚੇ ਇਸ ਇੰਟਰਵਿਊ ਨੂੰ ਜ਼ਰੂਰ ਅੱਜ ਦੇਖ ਰਹੇ ਹੋਣਗੇ, ਜੁੜੇ ਹੋਣਗੇ, ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਜਿਹੜੇ ਦਰਸ਼ਕ ਦੇਖ ਰਹੇ ਨੇ। ਤਾਂ ਮਕਸਦ ਸਾਡਾ ਤੁਹਾਨੂੰ ਐਂਟਰਟੇਨ ਕਰਨ ਦਾ ਹੈ। ਤਾਂ ਮਨੋਜ ਜੀ ਇੱਕ ਹੋਰ ਟ੍ਰਿਕ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਤਾਂ ਇਹ ਦੁਕਾਨ ਜਿਹੜੀ ਹੈ ਇਹਦੇ ਉੱਤੇ ਜਿੰਨਾ ਵੀ ਸਮਾਨ ਤੁਹਾਨੂੰ ਦਿਖ ਰਿਹਾ ਹੋਵੇਗਾ ਸਾਰਾ ਮੈਜੀਸ਼ੀਅਨਸ ਦੇ ਯੂਜ਼ ਵਾਸਤੇ ਹੀ ਜਿਹੜਾ ਹੈ ਉਹ ਰੱਖਿਆ ਗਿਆ ਹੈ। ਤਾਂ ਜਦ ਤੱਕ ਨੂੰ ਮਨੋਜ ਜੀ ਕੋਈ ਹੈ ਇੱਕ ਹੋਰ ਨਵਾਂ ਟ੍ਰਿਕ ਕੋਈ ਜਿਹੜਾ ਤੁਸੀਂ ਦਿਖਾਉਣਾ ਚਾਹੁੰਦੇ ਹੋ ਤਾਂ?
ਹਰ ਆਈਟਮ ਜਿਹੜੀ ਹੈ ਤੁਹਾਨੂੰ ਜਿਹੜੇ ਮੈਜੀਸ਼ੀਅਨਸ ਯੂਜ਼ ਕਰਦੇ ਨੇ ਉਹੀ ਦਿਖ ਰਹੀ ਹੈ। ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਅਗਲਾ ਨੈਕਸਟ ਟ੍ਰਿਕ ਜਿਹੜਾ ਇੱਕ ਉਹ ਵੀ ਦਿਖਾ ਦਿਓ। ਕੋਈ ਵੀ ਇੱਕ ਪੱਤਾ ਕੱਢ ਲਓ ਜੀ। ਇੱਕ ਪੱਤਾ ਅਸੀਂ ਸਿਲੈਕਟ ਕਰ ਲਿਆ ਜੀ। ਕੈਮਰਾ ਨੂੰ ਦਿਖਾ ਦਿਓ, ਤੁਸੀਂ ਦੇਖ ਲਓ। ਕੈਮਰੇ ਦੇ ਉੱਤੇ ਵੀ ਪੱਤਾ ਜ਼ਰੂਰ ਦੇਖ ਲਓ। ਰਾਈਟ ਸਰ, ਫੜਾ ਦਿਓ। ਹੁਣ ਇਹ ਪੱਤਾ ਇਹਨੂੰ ਆਪਾਂ ਇੱਕ ਕੰਮ ਕਰਦੇ ਹਾਂ ਕਿ ਇਹਨੂੰ ਤਾਂਜ ਦੇ ਵਿਚਕਾਰ ਪਾ ਦਿੰਦੇ ਹਾਂ। ਰਾਈਟ ਸਰ ਜੀ। ਹੁਣ ਇਹ ਵਿੱਚ ਵਿਚਾਲੇ ਕਿੱਥੇ ਚਲਾ ਗਿਆ ਹੈ? ਇਹੀ ਹੈ ਜੀ ਤੁਹਾਡਾ ਕਾਰਡ। ਕੀ ਬਾਤ ਹੈ, ਇਹ ਤਾਂ ਜ਼ਬਰਦਸਤ ਚੀਜ਼ ਹੈ। ਇੱਕ ਵਾਰੀ ਮਨੋਜ ਜੀ ਇਹ ਜਿਹੜਾ ਆਪਾਂ ਫੇਰ ਦੇਖਣਾ ਚਾਹਾਂਗੇ। ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਕਲੋਜ਼ ਕਰਕੇ ਇਹਨੂੰ देयर इज अ रूल इन ਅੱਛਾ ਦੁਬਾਰਾ ਠੀਕ ਹੈ। ਕਿਉਂਕਿ ਮੈਜਿਕ ਜਦੋਂ ਅਸੀਂ ਪਰਫਾਰਮ ਕਰਦੇ ਹਾਂ ਨਾ, ਉਦੋਂ ਤੁਹਾਡਾ ਬ੍ਰੇਨ ਜੋ ਹੈ ਉਹ ਕਿਸ ਚੈਨਲ ਤੇ ਹੈ ਕਿ ਵੀ ਇਹ ਕੀ ਹੋਏਗਾ, ਤੁਹਾਨੂੰ ਰਿਜ਼ਲਟ ਪਤਾ ਨਹੀਂ ਹਲੇ। ਨਹੀਂ ਪਤਾ। ਹੁਣ ਜਦੋਂ ਮੈਂ ਦੁਬਾਰਾ ਕਰੂੰਗਾ ਤਾਂ ਰਿਜ਼ਲਟ ਤੁਹਾਨੂੰ ਆਲਰੇਡੀ ਪਤਾ ਹੈ ਕਿ ਇਸ ਟਾਈਪ ਦਾ ਇਫੈਕਟ ਆਏਗਾ। ਤਾਂ ਉਦੋਂ ਤੁਹਾਡਾ ਜੋ ਬ੍ਰੇਨ ਵੇਵਸ ਹੈ ਉਹ ਡਾਇਵਰਟ ਹੋ ਗਈਆਂ ਕਿਤੇ, ਕੀ ਹੋਏਗਾ ਤੇ ਕਿੱਦਾਂ ਹੋਇਆ ਦੇ ਵਿੱਚ, ਔਰ ਕਿੱਦਾਂ ਹੋਇਆ ਦੇ ਵਿੱਚ ਕੀ ਹੈ ਕਿ ਤੁਸੀਂ ਉਸ ਮੈਜਿਕ ਨੂੰ ਇੰਜੋਏ ਨਹੀਂ ਕਰ ਪਾਓਗੇ ਕਿਉਂਕਿ ਤੁਹਾਡਾ ਧਿਆਨ ਉਹਨੂੰ ਕਿੱਦਾਂ ਹੋਇਆ ਉਹ ਉਹਨੂੰ ਪਕੜਨ ਦੇ। ਬਿਲਕੁਲ ਬਿਲਕੁਲ। ਔਰ ਉਹਨੂੰ ਅਸੀਂ ਮੈਜਿਕ ਦੇ ਵਿੱਚ ਕਹਿੰਦੇ ਟੀਚਿੰਗ। ਅੱਛਾ ਜੀ। ਔਰ ਹਾਲੇ ਫਿਲਹਾਲ ਇਹਦੀ ਮੈਂ ਟੀਚਿੰਗ ਨਹੀਂ ਦੇ ਸਕਦਾ। ਨਹੀਂ ਚਲੋ ਜਿਹੜੇ ਤੁਹਾਡਾ ਆਪਣਾ ਪ੍ਰੋਫੈਸ਼ਨ ਹੈ। ਅੱਛਾ ਕੋਈ ਬੱਚਿਆਂ ਨੂੰ ਸਿਖਾ ਸਕਦੇ ਹੋ ਇੱਕ ਛੋਟਾ ਮੋਟਾ ਕੋਈ ਟ੍ਰਿਕ ਜਿਹੜਾ ਬੱਚੇ ਥੋੜਾ ਐਂਟਰਟੇਨਮੈਂਟ ਵੀ ਕਰ ਲੈਣ, ਜੇ ਕੋਈ ਛੋਟਾ ਮੋਟਾ ਟ੍ਰਿਕ ਕੋਈ ਸਿੱਖ ਸਕਦੇ ਹੋ? ਜੀ ਜੀ ਬਿਲਕੁਲ। ਤਾਂ ਇੱਕ ਤੁਹਾਡੇ ਲਈ ਸਪੈਸ਼ਲ ਟ੍ਰਿਕ ਜਿਹੜਾ ਹੈ ਉਹ ਤੁਹਾਨੂੰ ਵੀ ਸਿਖਾਵਾਂਗੇ, ਜਿਵੇਂ ਤੁਸੀਂ ਵੀ ਟਰਾਈ ਕਰਿਓ ਆਪਣੇ ਘਰੇ। ਤਾਂ ਅਜੇ ਉਸ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਔਰ ਇਹ ਤੁਹਾਨੂੰ ਸਿਖਾਇਆ ਜਾਏਗਾ ਜਲਦੀ। ये जाए चलो एक काम कर दें सर। ਆਪਾਂ ਇਹ ਮੰਨ ਲਿਆ ਜੀ ਆ ਇੱਕ ਕਰਕੇ ਦਿਖਾ ਦਿਓ। ਇਹ ਤਾਸ਼ ਨੂੰ ਆਪਾਂ ਇੱਕ ਮੰਨ ਲੈਂਦੇ ਕਿ ਇੱਕ ਕਿਸੇ ਧੰਨਾ ਸੇਠ ਦੀ ਕੋਠੀ ਹੈ। ਅੱਛਾ ਜੀ। ਔਰ ਇਸ ਕੋਠੀ ਦੇ ਵਿੱਚ ਚੋਰੀ ਕਰਨ ਦੇ ਲਈ ਕਈ ਲੋਕ ਬੜ ਕੇ ਦਾਖਲ ਹੋ ਰਹੇ ਚਾਹੁੰਦੇ ਆ ਕਿ ਕਈ ਮੰਨੇ ਹੋਏ ਚੋਰ ਜਿਹੜੇ ਇਸ਼ਤਿਹਾਰੀ ਮੁਜਰਮ ਕਹਿ ਲਓ ਚੋਰ, ਉਹ ਚਾਹੁੰਦੇ ਕਿ ਅਸੀਂ ਇੱਕ ਵਾਰੀ ਇਹਦੇ ਘਰ ਚੋਰੀ ਕਰ ਲਈ ਤਾਂ ਪੁਸ਼ਤਾਂ ਤੱਕ ਸੁਧਰ ਜਾਣਗੀਆਂ ਕਿਉਂਕਿ ਫਿਰ ਦੁਬਾਰਾ ਆਪਾਂ ਨੂੰ ਚੋਰੀ ਕਰਨ ਦੀ ਲੋੜ ਨਹੀਂ। ਤਾਂ ਇਹ 4 ਚੋਰ ਹੈ ਜੀ ਜਿਹੜੇ ਕਿ ਟਰਾਈ ਕਰਦੇ ਆ ਕਿ ਆਪਾਂ ਇਹਦੇ ਵਿੱਚ ਇਹਦੀ ਕੋਠੀ ਦੇ ਵਿੱਚ ਚੋਰੀ ਕਰਨ ਜਾਈਏ। ਰਾਈਟ ਸਰ। ਤੇ ਇਹ ਚਾਰੋਂ ਚੋਰ ਜਦੋਂ ਇਸ ਕੋਠੀ ਦੇ ਉੱਪਰ ਪਹੁੰਚ ਗਏ ਛੱਤ ਤੇ, ਪਹਿਲਾ ਚੋਰ ਕਹਿੰਦਾ ਮੈਂ ਕਿਸੇ ਤੋਂ ਡਰਦਾ ਨਹੀਂ, ਮੈਂ ਤਾਂ ਮੂਹਰੇ ਦੇ ਗੇਟ ਤੋਂ ਹੀ ਐਂਟਰ ਹੋ ਜਾਊਂਗਾ ਬਿਨਾਂ ਡਰੇ। ਉਹ ਮੂਹਰੇ ਦੇ ਗੇਟ ਤੋਂ ਅੰਦਰ ਚਲਾ ਗਿਆ। ਦੂਸਰਾ ਕਹਿੰਦਾ ਨਹੀਂ ਯਾਰ ਇਹ ਤਾਂ ਰਿਸਕ ਲੈ ਰਿਹਾ ਵੱਡਾ, ਆਪਾਂ ਨਹੀਂ ਰਿਸਕ ਲੈਣਾ, ਆਪਾਂ ਪਿਛਲੇ ਗੇਟ ਤੋਂ ਜਾਣੇ ਤਾਂ ਕਿ ਕੋਈ ਦੇਖੇ ਨਾ। ਉਹ ਪਿਛਲੇ ਗੇਟ ਤੋਂ ਅੰਦਰ ਚਲਾ ਗਿਆ। ਤੀਸਰਾ ਚੋਰ ਕਹਿੰਦਾ ਕਿ ਮੈਂ ਪਾਈਪ ਦੇ ਰਸਤੇ ਅੰਦਰ ਜਾਣਾ ਹੈ, ਖਿੜਕੀ ਦੇ ਰਸਤੇ ਅੰਦਰ ਗਿਆ। ਚੌਥਾ ਕਹਿੰਦਾ ਕਿ ਮੈਂ ਇੱਕ ਕੰਮ ਕਰਦਾ, ਮੈਂ ਛੱਤ ਤੇ ਹੀ ਰਹਿਣਾ, ਤੁਸੀਂ ਲੋਕ ਚੋਰੀ ਦੇ ਵਿੱਚ ਲੱਗੇ ਰਹੋ ਤੇ ਜੇ ਕੋਈ ਆਇਆ ਮੈਂ ਤੁਹਾਨੂੰ ਇਸ਼ਾਰਾ ਕਰ ਦੂੰਗਾ, ਤੁਸੀਂ ਵਾਪਸ ਆ ਜਿਓ ਤੇ ਆਪਾਂ ਭੱਜ ਲਵਾਂਗੇ। ਤੇ ਇਹ ਹੁਣ ਛੱਤ ਤੇ ਖੜਾ ਹੈ ਜੀ। ਔਰ ਇਹਨੇ ਨੂੰ ਲਾਠੀ ਲੈ ਕੇ ਚੌਂਕੀਦਾਰ ਉੱਥੋਂ ਨਿਕਲ ਰਿਹਾ ਹੈ। ਇਹ ਘਬਰਾ ਜਾਂਦਾ ਹੈ ਕਿਉਂਕਿ ਇਹ ਪ੍ਰੋਫੈਸ਼ਨਲ ਚੋਰ ਨਹੀਂ ਹੈ, ਬਾਕੀ ਜਿਹੜੇ ਅੰਦਰ ਗਏ ਉਹ ਪ੍ਰੋਫੈਸ਼ਨਲ ਚੋਰ ਸੀਗੇ। ਇਹ ਘਬਰਾ ਗਿਆ। ਇਹ ਉਹਨਾਂ ਨੂੰ ਇਸ਼ਾਰਾ ਕਰਨ ਲਈ ਸੀਟੀ ਮਾਰਦਾ ਹੈ ਜੀ। ਮਾਰਿਓ ਜਰਾ ਸੀਟੀ। ਠੀਕ। ਹੁਣ
ਇਹ ਸੀਟੀ ਸੁਣ ਕੇ ਬਾਕੀ ਸਾਰੇ ਚੋਰ ਵੀ ਛੱਤ ਤੇ ਵਾਪਸ ਆ ਜਾਂਦੇ ਆ ਕੀ ਬਾਤ, ਔਰ ਉਹ ਸਾਰੇ ਜਿਹੜੇ ਆ ਇਕੱਠੇ ਹੋ ਕੇ ਭੱਜ ਜਾਂਦੇ ਨੇ। ਟ੍ਰਿਕ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਆਪਾਂ ਬਚਪਨ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਵੀ। ਇੱਕ ਵਾਰ ਮਨੋਜ ਜੀ ਇਹ ਸਿਖਾ ਵੀ ਦਿਓ ਬੱਚਿਆਂ ਚਲੋ ਨੂੰ। ਮੈਂ ਸਿਖਾ ਦਿੰਨਾ ਜੀ। ਹਾਂ। ਕੋਈ ਵੀ 4 ਪੱਤੇ ਇੱਕੋ ਨਾਲ ਦੇ, ਹੂੰ। ਇਹ ਜ਼ਰੂਰੀ ਨਹੀਂ ਕਿ ਆ ਮੈਂ ਬਾਸ਼ੇ ਕੱਢੇ ਤਾਂ ਬਾਸ਼ੇ ਹੀ ਕੱਢਨੇ, ਜੀ। ਆਪਾਂ ਯੱਕੇ ਵੀ ਕੱਢ ਸਕਦੇ ਹਾਂ, ਹੂੰ। ਪੰਜੀਆਂ ਵੀ ਕੱਢ ਸਕਦੇ ਹਾਂ, ਕੋਈ ਵੀ ਹਾਂ। ਚਾਰੋਂ ਇੱਕੋ ਨਾਲ ਦੇ ਪੱਤੇ ਹੂੰ। ਔਰ 3 ਹੋਰ ਵੱਖਰੇ ਪੱਤੇ, ਹਾਂ। 3 ਪੱਤੇ ਹੋਰ ਇਹ ਸਭ ਤੋਂ ਥੱਲੇ ਰੱਖ ਦਿਓ। ਹੂੰ। ਔਰ ਜਦੋਂ ਦਿਖਾਣਾ ਹੈ ਇਹ ਤਿਆਰੀ ਪਹਿਲਾਂ ਕਰਕੇ ਰੱਖਣੀ ਹੈ, ਕਿਸੇ ਨੂੰ ਦਿਖਾਣੀ ਨਹੀਂ। ਹਾਂ। ਆਪਾਂ ਜਦੋਂ ਪੱਤੇ ਦਿਖਾਣੇ ਹੈ, ਹੂੰ। ਆਹ ਤਾਸ਼ ਬਾਕੀ ਇੱਧਰ ਪਈ ਹੈ ਔਰ ਸਿਰਫ ਇਹੀ 4 ਪੱਤੇ ਖੋਲਨੇ। ਹੂੰ। ਜਿਹੜੇ 3 ਥੱਲੇ ਦੇ ਪੱਤੇ ਹੈ ਉਹਨਾਂ ਨੂੰ ਆਪਾਂ ਇਦਾਂ ਖੋਲਣਾ ਨਹੀਂ ਹੈ, ਹਾਂ। ਹਾਂ। ਠੀਕ ਹੈ ਜੀ, ਇਹਨੂੰ ਇਦਾਂ ਹੀ ਰੱਖਣਾ ਹੈ। ਹੂੰ। ਹੁਣ ਦੇਖਣ ਵਾਲੇ ਨੂੰ ਜਦੋਂ ਆਪਾਂ ਇਦਾਂ ਦਿਖਾਵਾਂਗੇ ਹੂੰ। ਇਹ ਕੀ ਲੱਗੇਗਾ, ਇਹ ਚਾਰ ਹੀ ਇਹ ਲੱਗਣਗੇ ਚਾਰ ਸਾਨੂੰ। ਬਾਦਸ਼ਾਹ। ਬਿਲਕੁਲ। ਰਾਈਟ, ਇਹਨੂੰ ਫੜਨਾ ਇਸ ਢੰਗ ਨਾਲ ਹੈ ਕਿ ਆ ਚੀਜ਼ ਇਦਾਂ ਬਾਹਰ ਹੱਥ ਦੀ ਸਫਾਈ ਹੈ। ਆ 4 ਬਾਦਸ਼ਾਹ ਹੈ ਜੀ, ਹੂੰ। ਕਿਉਂਕਿ ਇਹਦੇ ਉੱਪਰ 3 ਪੱਤੇ ਆਲਰੇਡੀ ਲੱਗੇ ਹੋਏ ਨੇ। ਲੱਗੇ ਹੋਏ ਨੇ ਜਿਹੜੇ ਜਾਣੇ ਨੇ ਕੋਠੀ ਦੇ ਵਿੱਚ ਦਰਸਲ। ਹਾਂਜੀ, ਤੇ ਇਹ ਪੱਤੇ ਜਦੋਂ ਇਕੱਠੇ ਕਰਕੇ ਹੂੰ। ਆਪਾਂ ਉੱਪਰ ਰੱਖੇ ਹੂੰ। ਤਾਂ ਉੱਪਰਲੇ 3 ਪੱਤੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿੱਦਾਂ ਮਰਜ਼ੀ ਵਾਰ ਦਈਏ। ਉਹ ਤਾਂ ਬਾਕੀ ਤਾਂ ਕਹਾਣੀ ਹੈ ਹਾਂ, ਹਾਂ। ਜੋ ਵੀ ਮੈਂ ਪੈਟਰਨ ਯੂਜ਼ ਕੀਤਾ ਹਾਂ। ਕਿ ਵੀ ਅਗਲੇ ਗੇਟ ਤੋਂ ਜਾਂ ਪਿਛਲੇ ਗੇਟ ਤੋਂ ਜਾਂ ਹਾਂ। ਖਿੜਕੀ ਤੋਂ। ਮੇਨ ਮਕਸਦ ਇਹ ਹੈ ਕਿ 3 ਪੱਤਿਆਂ ਨੂੰ ਅਲੱਗ-ਅਲੱਗ ਜਗ੍ਹਾ ਅੰਦਰ ਪਾ ਦੇਣਾ ਹੈ ਹਾਂ। ਤੇ ਉੱਪਰਲਾ ਚੌਥਾ ਪੱਤਾ ਇਹਨੂੰ ਕਰ ਸਿੱਧਾ ਕਰ ਦੇਣਾ ਹੈ। ਹੂੰ। ਤੇ ਹੁਣ ਜਦੋਂ ਇਹਨੂੰ ਹਾਂ। ਕਹਾਣੀ ਖਤਮ ਕਰਦੇ ਹੋਏ ਅਸੀਂ ਉਹਨੂੰ ਰਿਵੀਲ ਕਰਾਂਗੇ ਤੇ ਆਬਵੀਅਸਲੀ ਚਾਰੋਂ ਬਾਦਸ਼ਾਹ ਉੱਪਰ ਆ ਜਾਣਗੇ। ਤਾਂ ਬਿਲਕੁਲ ਇਹ ਟ੍ਰਿਕ ਜਿਹੜਾ ਤੁਹਾਨੂੰ ਵੀ ਸਿਖਾ ਦਿੱਤਾ ਹੈ, ਤੁਸੀਂ ਵੀ ਸਿੱਖ ਸਕਦੇ ਹੋ। ਇੱਕ ਟ੍ਰਿਕ ਪਹਿਲਾਂ ਵੀ ਤੁਹਾਨੂੰ ਦੱਸਿਆ ਜਿਵੇਂ ਘਰਾਂ ਦੇ ਵਿੱਚ ਲੁੱਟ ਖੋਹ ਕਰਨ ਆਉਂਦੇ ਨੇ ਤੁਹਾਨੂੰ ਬੇਵਕੂਫ ਬਣਾ ਕੇ, ਤਾਂ ਉਹ ਵੀ ਟ੍ਰਿਕ ਤੁਹਾਨੂੰ ਸਿਖਾਇਆ ਵੀ ਹੈ। ਮਨੋਜ ਜੀ ਗੱਲਬਾਤ ਕਰਨ ਲਈ ਔਰ ਇਹ ਟ੍ਰਿਕਸ ਦਿਖਾਉਣ ਦੇ ਲਈ ਫ੍ਰੀ ਦੇ ਵਿੱਚ ਅੱਜ ਘਰ ਬੈਠੇ ਸਾਰੇ ਦਰਸ਼ਕਾਂ ਨੂੰ ਜਦ ਨਾਲ ਮੈਨੂੰ ਲੱਗਦਾ ਕੋਈ ਇੱਕ ਅੱਧਾ ਮਾਈਂਡ 'ਚ ਹੋਰ ਆ ਗਿਆ ਤੁਹਾਡੇ ਕੋਈ। ਨਹੀਂ ਮਾਈਂਡ 'ਚ ਤਾਂ ਨਹੀਂ ਹੈ, ਚਲੋ ਕੋਈ ਗੱਲ ਨਹੀਂ। ਇਹਨਾਂ 'ਚ ਕੋਈ ਵੀ ਇੱਕ ਪੱਤਾ ਕੱਢੋ। ਜੀ। ਰਾਈਟ ਸਰ, ਜੀ। ਰੱਖ ਦੋ। ਹੁਣ ਤੁਹਾਡਾ ਪੱਤਾ ਵਿੱਚ ਵਿਚਾਲੇ ਕਿਤੇ ਵੀ ਚਲਾ ਗਿਆ ਹੂੰ। ਔਰ ਉੱਪਰ ਵਾਲਾ ਪੱਤਾ ਤੁਹਾਡਾ ਨਹੀਂ ਹੈ ਸਰ, ਨਹੀਂ ਹੈ। ਤੇ ਨੀਚੇ ਵਾਲਾ ਵੀ ਤੁਹਾਡਾ ਪੱਤਾ ਨਹੀਂ ਹੈ। ਨਹੀਂ। ਤੁਹਾਡਾ ਪੱਤਾ ਵਿੱਚ ਵਿਚਾਲੇ ਕਿਤੇ ਹੈ। ਹੂੰ। ਤੇ ਇੱਕ ਵਾਰ ਤੁਸੀਂ ਵੀ ਫੈਂਟੀ ਮਾਰ ਦਿਓ। ਰਾਈਟ ਸਰ। ਜੀ। ਹੁਣ ਇਹ ਪੱਤਾ ਵਿੱਚ ਸ਼ਫਲ ਹੋ ਗਿਆ, ਹੂੰ। ਕਿਉਂਕਿ ਜਾਦੂਗਰ ਦੀ ਸ਼ਫਲ ਦੇ ਵਿੱਚ ਲੋਕੀ ਸ਼ੱਕ ਕਰ ਸਕਦੇ ਆ ਹੂੰ। ਸਾਡੇ ਕਿ ਬਈ ਹਾਂ। ਤੇ ਹੁਣ ਇਹ ਤਾਸ਼ ਨੂੰ ਮੈਂ ਚੱਕਾਂਗਾ ਨਾ, ਔਰ ਮੈਨੂੰ ਕੁਝ ਨਹੀਂ ਪਤਾ ਤੁਹਾਡਾ ਪੱਤਾ ਕਿੱਥੇ ਹੈ। ਔਰ ਆ ਉੱਪਰਲਾ ਪੱਤਾ ਤੁਹਾਡਾ ਨਹੀਂ ਹੈ ਸਰ, ਨਹੀਂ ਹੈ। ਰਾਈਟ ਸਰ। ਔਰ ਸ਼ਫਲ ਤੁਸੀਂ ਕੀਤਾ ਹੈ। ਹੂੰ। ਇੱਕ ਵਾਰੀ ਇਦਾਂ ਚੁਟਕੀ ਮਾਰ ਕੇ ਥੱਲੇ ਟੈਪ ਕਰੋ, ਤੁਹਾਡਾ ਪੱਤਾ ਉੱਪਰ ਆ ਗਿਆ ਸਰ। ਬਿਲਕੁਲ ਇਹੀ ਪਤਾ ਸੀਗਾ। ਤਾਂ ਜਾਂਦੇ ਜਾਂਦੇ ਇੱਕ ਟ੍ਰਿਕ ਤੁਹਾਨੂੰ ਹੋਰ ਦਿਖਾਇਆ ਮਨੋਜ ਜੀ ਗੱਲਬਾਤ ਕਰਨ ਲਈ, ਔਰ ਇਹ ਸਾਰੇ ਟ੍ਰਿਕਸ ਜਿਹੜੇ ਆ ਦਿਖਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਔਰ ਆਸ ਤੇ ਉਮੀਦ ਇਹੀ ਕਰਦੇ ਹਾਂ ਤੁਸੀਂ ਤੰਦਰੁਸਤ ਰਹੋ, ਤੁਹਾਡਾ ਪਰਿਵਾਰ ਤੰਦਰੁਸਤ ਰਹੇ, ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ, ਔਰ ਇਹ ਜਿਹੜਾ ਹੁਨਰ ਹੈ ਉਹ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਐਂਟਰਟੇਨ ਕਰਨ ਦੇ ਨਾਲ ਨਾਲ ਜਾਗਰੂਕ ਵੀ ਕਰਦਾ ਰਹੇ। ਗੱਲਬਾਤ ਜੀ ਜੀ ਬਿਲਕੁਲ, ਥੈਂਕ ਯੂ ਸਰ। ਤਾਂ ਇਹ ਸੀਗੇ ਮਨੋਜ ਜੈਨ ਜੀ, ਲੁਧਿਆਣਾ ਦੇ ਪ੍ਰਸਿੱਧ ਮੈਜੀਸ਼ੀਅਨ ਨੇ, ਜਿਨ੍ਹਾਂ ਨੇ ਹੁਨਰਬਾਜ਼ ਦੇ ਵਿੱਚ ਇੱਕ ਵੱਡਾ ਨਾਮ ਜਿਹੜਾ ਇਹਨਾਂ ਦਾ ਬਣ ਕੇ ਸਾਹਮਣੇ ਆਇਆ। ਇਹਨਾਂ ਦੇ ਆਪਣੇ ਕਲਾ ਦੇ ਦਮ ਦੇ ਉੱਤੇ ਉਸ ਸ਼ੋਅ ਦੇ ਵਿੱਚ ਦਮਖਮ ਦਿਖਾਇਆ, ਔਰ ਅੱਜ ਪੂਰੇ ਇੰਡੀਆ ਦੇ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਇਹਨਾਂ ਨੂੰ ਕਾਲਸ ਆਉਂਦੀਆਂ ਨੇ। ਮੈਜੀਸ਼ੀਅਨ ਦੇ ਕੋਲ ਜੋ ਕੰਟੈਂਟ ਹੁੰਦਾ, ਜੋ ਉਹਨਾਂ ਦਾ ਸਮਾਨ ਹੈ ਉਹ ਖਰੀਦਣ ਦੇ ਨਾਲ ਨਾਲ ਔਰ ਖ਼ਾਸ ਤੌਰ ਦੇ ਉੱਤੇ ਸਿੱਖਣ ਵਾਸਤੇ ਵੀ ਇਹਨਾਂ ਨੂੰ ਫੋਨ ਕਰਦੇ ਨੇ। ਤਾਂ ਬੜੀ ਵੱਡੀ ਗੱਲ ਹੈ, ਔਰ ਬਹੁਤ ਜਲਦ ਇੱਕ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਮ ਵੀ ਦਰਜ ਕਰਵਾਉਣ ਜਾ ਰਹੇ ਨੇ। ਦੁਨੀਆ ਦੀ ਸਭ ਤੋਂ ਪਤਲੀ ਜਿਹੜੀ ਤਾਸ਼, ਸਭ ਤੋਂ ਛੋਟੀ ਤਾਸ਼ ਦਾ ਜਿਹੜਾ ਰਿਕਾਰਡ ਹੈ ਉਹ ਵੀ ਇਹਨਾਂ ਦੇ ਸ਼ਾਇਦ ਨਾਮ ਹੋ ਸਕਦਾ। ਫਿਲਹਾਲ ਕੈਮਰਾਮੈਨ ਰਹੀਤ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਲੁਧਿਆਣਾ।